ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਅਰਜੀਤ ਭਾਸਕਰ ਜੀ ਔਰ ਇੰਦਰਪ੍ਰੀਤ ਜੀ। ਤੋਂ ਉਹਨਾਂ ਨੂੰ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਅੱਜ ਸਵੇਰੇ ਸਵੇਰੇ ਪੱਪਲਪ੍ਰੀਤ ਨੂੰ ਦਿਬੜੂਗੜ੍ਹ ਜੇਲ੍ਹ ਅਸਾਮ ਲਈ ਤੋਰਤਾ ਗਿਆ। ਪੰਜਾਬ ਦੇ ਵਿੱਚ ਇਸ ਫੜੋ ਫੜਾਈ ਨੂੰ ਕਿਵੇਂ ਅੰਜਾਮ ਤੱਕ ਪਹੁੰਚਾਇਆ ਗਿਆ, ਇਹਦੇ ਨਾਲ ਸੰਬੰਧਿਤ ਤੱਥ ਸਾਂਝੇ ਕਰਦੇ ਹਾਂ। ਲੇਕਿਨ ਇਹਦੇ ਨਾਲ ਹੀ ਕੱਲ ਡੀਜੀਪੀ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ 'ਚ ਮਿਲਦੇ ਨੇ। ਇੱਕ ਦਿਨ ਪਹਿਲਾਂ, ਲਗਭਗ ਇੱਕ ਦਿਨ ਪਹਿਲਾਂ, 24 ਘੰਟੇ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੰਨੇ ਦੀ ਐਸਐਸਪੀ ਨੂੰ ਲੀਗਲ ਨੋਟਿਸ ਭੇਜਦੀ ਹੈ, ਕੁਝ ਟੀਵੀ ਚੈਨਲਾਂ ਨੂੰ ਵੀ ਭੇਜਦੀ ਹੈ। ਮਾਮਲਾਤ ਬੇਹੱਦ ਸੰਵੇਦਨਸ਼ੀਲ ਨੇ। ਇਹ ਘਟਨਾਕ੍ਰਮ ਨੂੰ ਇੱਕ ਵਾਰੀ ਫਿਰ ਜੇਕਰ ਤੁਸੀਂ ਜ਼ੁਬਾਨ ਦਿੰਦੇ ਹੋ ਤੇ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਕਿਸੇ ਵੀ ਕਮਿਊਨਿਟੀ ਦੇ ਵਿੱਚ ਜੇ ਕੋਈ ਡਿਸਪਲਿਨ ਵਾਲੀ ਫੋਰਸ ਹੈ, ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਸਾਡੇ ਕੋਲ ਇੱਕ ਡਿਸਪਲਿਨ ਹੈ, ਤਾਂ ਫਿਰ ਕੀ ਸਮਾਂ ਰਹਿੰਦਿਆਂ ਕੋਈ ਵੀ ਐਕਟੀਵਿਟੀ ਨੂੰ ਜ਼ੁਬਾਨ ਦੇਣੀ, ਉਹਨੂੰ ਠੀਕ ਜਾਂ ਸਹੀ ਜਾਂ ਗਲਤ ਕਹਿਣਾ ਅਕਾਲ ਤਖਤ ਸਾਹਿਬ ਦੀ ਜ਼ਿੰਮੇਵਾਰੀ ਨਹੀਂ। ਅੱਜ ਦੇ ਘਟਨਾਕ੍ਰਮ ਨੂੰ ਜੇ ਇਹਦੇ 4 ਮਹੀਨੇ ਪਿੱਛੇ ਦੀ ਧਾਰਾ ਨਾਲ ਜੋੜ ਕੇ ਵੇਖਦੇ ਹਾਂ ਤਾਂ ਕੀ ਸਾਡੀਆਂ ਜ਼ਿੰਮੇਵਾਰੀਆਂ ਘੱਟ ਨੇ? ਕੀ ਅਸੀਂ ਸਮਾਂ ਰਹਿੰਦਿਆਂ ਜ਼ਿੰਮੇਵਾਰੀ ਨਿਭਾਉਣ 'ਚ ਸਮਰਥ ਨਹੀਂ ਹੁੰਦੇ? ਸਵਾਲ ਇਸ ਤੋਂ ਅੱਗੇ ਆ। ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਨੇ, ਲੇਕਿਨ ਹੁਣ ਉਹਨਾਂ ਨੂੰ ਸੱਦ ਲਿਆ ਗਿਆ। ਸਿੱਧੂ ਦੀ ਘਰਵਾਲੀ ਨੇ ਚਿੱਠੀ ਲਿਖੀ ਆ ਕਿ ਜੇਕਰ ਮੇਰੇ ਘਰ ਵਾਲੇ ਦਾ ਕੋਈ ਨੁਕਸਾਨ ਹੁੰਦਾ ਤਾਂ ਜ਼ਿੰਮੇਵਾਰੀ ਆਇਦ ਹੋਏਗੀ ਸੱਤਾਧਾਰੀਆਂ ਤੇ। ਪ੍ਰਤਾਪ ਸਿੰਘ ਬਾਜਵਾ ਪੱਤਰ ਲਿਖਦੇ ਨੇ ਗਵਰਨਰ ਨੂੰ ਕਿ ਪੰਜਾਬ ਦੇ ਐਡਵੋਕੇਟ ਜਨਰਲ ਨੈਤਿਕ ਆਧਾਰ ਤੇ ਕਿਸ ਤਰ੍ਹਾਂ ਬੈਠੇ ਹੋਏ ਆਪਣੇ ਅਹੁਦੇ ਦੇ ਉੱਤੇ। ਜਲੰਧਰ ਦੀ ਚੋਣ ਬਹੁਤ ਭਖ ਗਈ ਹੈ ਔਰ ਇਸ ਚੋਣ ਦੇ ਵਿੱਚ ਕਈ ਧਰਾਵਾਂ ਨੇ, ਉਹਦਾ ਜ਼ਿਕਰ ਕਰਨਾ ਬਣਦਾ। ਲੇਕਿਨ ਸਭ ਤੋਂ ਪਹਿਲਾਂ ਭਾਸਕਰ ਸਾਹਿਬ, ਪੱਪਲਪ੍ਰੀਤ ਇੱਕ ਐਸਾ ਵਰਤਾਰਾ ਹੈ ਜਿਹੜਾ ਅੰਮ੍ਰਿਤਪਾਲ ਦੇ ਨਾਲ ਨਾਲ ਅੱਗੇ ਵੱਧਦਾ ਹੈ ਔਰ 6 ਮਹੀਨਿਆਂ ਦੇ ਵਿੱਚ ਇਹ ਘਟਨਾਕ੍ਰਮ ਅਜੀਬੋ ਗਰੀਬ ਸਥਿਤੀ 'ਚ ਪਹੁੰਚ ਜਾਂਦਾ ਹੈ। ਉਹਨੂੰ ਦਿਬੜੂਗੜ੍ਹ ਭੇਜਦਾ ਗਿਆ, ਲੇਕਿਨ ਉਸ ਤੋਂ ਪਹਿਲਾਂ ਜਦੋਂ ਕੱਥੂ ਨੰਗਲ 'ਚ ਕਲੇਮ ਕੀਤਾ ਜਾ ਰਿਹਾ ਉਹਨੂੰ ਫੜੇ ਜਾਣ ਦਾ, ਜਿਹੜੀ ਖਬਰ ਨਿਕਲ ਕੇ ਆ ਰਹੀ ਹੈ ਉਹਦੇ ਨਾਲ ਸਾਂਝ ਪਾਓ ਕਿ ਆਖਰ ਉਹ ਧਰ ਕਿਵੇਂ ਲਿਆ ਗਿਆ। ਰੰਧਾਵਾ ਜੀ, ਪਿਛਲੇ 1 ਮਹੀਨੇ ਦੇ ਵਿੱਚ ਪੱਪਲਪ੍ਰੀਤ ਦੀ ਬਹੁਤ ਸਾਰੀ ਫੋਟੋ ਅੰਮ੍ਰਿਤਪਾਲ ਦੇ ਨਾਲ ਨਸ਼ਰ ਹੋਈ, ਕਦੀ ਦਿੱਲੀ, ਕਦੀ ਕੁਰੂਕਸ਼ੇਤਰ ਤੇ ਕਦੀ ਫੇਰ ਪਿਲੀਭੀਤ। ਹੁਣ ਇਹਨਾਂ ਸਾਰੀ ਫੋਟੋ ਤੋਂ ਬਾਅਦ ਕੱਲ ਪੱਪਲਪ੍ਰੀਤ ਫੜਿਆ ਜਾਂਦਾ ਕੱਥੂ ਨੰਗਲ। ਜਦ ਇਹ ਖਬਰ ਸ਼ੁਰੂ ਦੇ ਵਿੱਚ ਨਸ਼ਰ ਹੁੰਦੀ ਹੈ, ਇਹ ਦੱਸਿਆ ਜਾਂਦਾ ਹੈ ਖਬਰਾਂ ਦੇ ਵਿੱਚ ਕਿ ਇਹ ਦਿੱਲੀ ਪੁਲਿਸ ਦੇ ਤੇ ਪੰਜਾਬ ਪੁਲਿਸ ਦੇ ਜੁਆਇੰਟ ਆਪਰੇਸ਼ਨ ਦੇ ਰਾਹੀਂ ਉਹ ਫੜਿਆ ਗਿਆ। ਕਈ ਚੈਨਲ ਤੇ ਇਹ ਵੀ ਕਲੇਮ ਕਰਦੇ ਨੇ ਕਿ ਦਿੱਲੀ ਤੋਂ ਫੜਿਆ ਗਿਆ। ਉਸ ਤੋਂ ਬਾਅਦ ਹੁਸ਼ਿਆਰਪੁਰ ਦੀ ਗੱਲਾਂ ਤੇ ਚੱਲਦੀਆਂ ਕਿ ਹੁਸ਼ਿਆਰਪੁਰ ਤੋਂ ਫੜਿਆ ਗਿਆ ਤੇ ਫਾਈਨਲੀ ਡਾਕਟਰ ਸੁਖਚੈਨ ਸਿੰਘ ਗਿੱਲ ਆਪਣੀ 2 ਮਿੰਟ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਰਿਵੀਲ ਕਰਦੇ ਨੇ ਕਿ ਫਾਈਨਲੀ ਉਹ ਕੱਥੂ ਨੰਗਲ ਤੋਂ ਫੜਿਆ ਗਿਆ। ਇਹ ਵੀ ਗੱਲ ਪਤਾ ਲੱਗੀ ਇਨਵੈਸਟੀਗੇਸ਼ਨ ਦੇ ਦੌਰਾਨ ਕਿ ਕੱਥੂ ਨੰਗਲ ਦੇ ਵਿੱਚ ਪੱਪਲਪ੍ਰੀਤ 1 ਹਫ਼ਤੇ ਤੋਂ ਰਹਿ ਰਿਹਾ ਸੀ। ਦਿਨੇ ਉਹ ਆਪਣੇ ਆਪ ਨੂੰ ਇੱਕ ਕਮਰੇ 'ਚ ਬੰਦ ਕਰਦਾ ਸੀ, ਰਾਤ ਨੂੰ ਛੱਤ ਤੇ ਟਹਿਲਣ ਜਾਂਦਾ ਸੀਗਾ। ਉਹਨੇ ਅੱਧੇ ਘੰਟੇ ਵਾਸਤੇ ਕੁਝ ਆਪਣਾ ਇੱਕ ਪੁਰਾਣਾ ਫੋਨ ਉਹ ਔਨ ਕੀਤਾ ਸੀ, ਜੋ ਪੁਲਿਸ ਨੂੰ ਇੱਕ ਹੈਲਪ ਮਿਲੀ ਕਿ ਉਹਦੀ ਲੋਕੇਸ਼ਨ ਪਤਾ ਕਰਨ ਵਾਸਤੇ। ਤੇ ਫਾਈਨਲੀ ਦਿਖਾਇਆ ਗਿਆ ਕਿ ਕੱਲ ਪੱਪਲਪ੍ਰੀਤ ਨੂੰ ਕੱਥੂ ਨੰਗਲ ਤੋਂ ਫੜ ਲਿਆ। ਹੁਣ ਅੱਜ ਸਵੇਰੇ ਸਵੇਰੇ ਕੱਥੂ ਨੰਗਲ ਤੋਂ ਲੈ ਕੇ ਹੁਣ ਉਹ ਡਿਬਰੂਗੜ੍ਹ ਵੱਲ ਫਲਾਈਟ ਦੇ ਵਿੱਚ ਚਾੜ ਦਿੱਤਾ ਗਿਆ ਪੱਪਲਪ੍ਰੀਤ ਨੂੰ, ਜਿੱਥੇ ਆਲਰੇਡੀ 7 ਤੋਂ ਵੱਧ ਸਾਥੀ ਅੰਮ੍ਰਿਤਪਾਲ ਦੇ ਆਲਰੇਡੀ ਉੱਥੇ ਬੰਦ ਨੇ। ਹੁਣ ਪੱਪਲਪ੍ਰੀਤ ਦੇ ਨਾਲ ਪੁੱਛਗਿੱਛ ਕਦੋਂ ਹੋਈ? ਜੇ ਕੱਲ ਫੜਿਆ ਤੇ ਕੱਲ ਫੜਨ ਤੋਂ ਬਾਅਦ ਪੁੱਛਗਿੱਛ 1 ਰਾਤ ਵਿੱਚ ਪੂਰੀ ਹੋ ਗਈ। ਮੈਨੂੰ ਇਹ ਲੱਗਦਾ ਹੈ ਕਿ ਇਹ ਵੀ ਗੱਲਾਂ ਮੀਡੀਆ ਦੇ ਵਿੱਚ ਵੀ ਚੱਲ ਰਹੀਆਂ ਕਿ ਕੱਥੂ ਨੰਗਲ ਨੂੰ ਪਹਿਲੇ ਫੜ ਲਿਆ ਗਿਆ ਸੀ, ਉਹਦੇ ਤੋਂ ਪੰਜਾਬ ਪੁਲਿਸ ਨੇ ਪੂਰੀ ਪੁੱਛਗਿੱਛ ਕਰ ਲਈ ਸੀ। ਔਰ ਕੱਲ ਜਦ ਡੀਜੀਪੀ ਸਾਹਿਬ ਦਰਬਾਰ ਸਾਹਿਬ ਤੇ ਦਮਦਮਾ ਸਾਹਿਬ ਮੱਥਾ ਟੇਕਣ ਜਾਂਦੇ ਨੇ, ਉਹਦੇ ਵਿੱਚ ਉਹਨਾਂ ਦਾ ਕੌਨਫੀਡੈਂਸ ਨਜ਼ਰ ਆਉਂਦਾ, ਜਿਹੜਾ ਮਾਰਚ 18 ਤੋਂ ਪਹਿਲੇ ਤੁਹਾਨੂੰ ਯਾਦ ਹੋਏਗਾ ਜਦ ਲਾਰੈਂਸ ਬਿਸ਼ਨੋਈ ਦੇ ਪਹਿਲੇ ਇੰਟਰਵਿਊ ਤੋਂ ਬਾਅਦ ਜਿਹੜਾ ਇੰਟਰਵਿਊ ਦਿੱਤਾ ਸੀਗਾ ਜਾਂ ਜਿਹੜੀ ਗੱਲ ਮੀਡੀਆ ਨਾਲ ਕੀਤੀ ਸੀਗੀ, ਉਹ ਕੌਨਫੀਡੈਂਸ ਤੋਂ ਬਾਅਦ ਕੱਲ ਪਹਿਲੀ ਵਾਰ ਡੀਜੀਪੀ ਸਾਹਿਬ ਇੰਨੇ ਕੌਨਫੀਡੈਂਟ ਨਜ਼ਰ ਆਏ ਔਰ ਦਰਬਾਰ ਸਾਹਿਬ ਤੋਂ ਬਾਹਰ ਮੀਡੀਆ ਨਾਲ ਗੱਲ ਕਰਦੇ ਹੋਏ ਇਹ ਗੱਲ ਕਹਿੰਦੇ ਨੇ ਕਿ ਜਿਹੜੇ ਵੀ ਕਾਨੂੰਨ ਨੂੰ ਲੋੜੀਂਦੇ ਨੇ ਉਹਨਾਂ ਨੂੰ ਤਾਂ ਫੜ ਲਿੱਤਾ ਜਾਏਗਾ ਔਰ ਜਿਹੜੇ ਆਪਣੇ ਆਪ ਕਾਨੂੰਨ ਦੇ ਹਵਾਲੇ ਆਪਣੇ ਆਪ ਨੂੰ ਕਰ ਦੇਣਗੇ ਉਹਨਾਂ ਦੇ ਨਾਲ ਬਣਦੀ ਕਾਰਵਾਈ ਕਾਨੂੰਨ ਦੇ ਹਿਸਾਬ ਨਾਲ ਹੋਏਗੀ। ਉਸ ਤੋਂ ਕੁਝ ਘੰਟੇ ਬਾਅਦ ਪੱਪਲਪ੍ਰੀਤ ਦਾ ਫੜਿਆ ਜਾਣਾ। ਹੁਣ ਅੰਮ੍ਰਿਤਪਾਲ ਕਿੱਥੇ ਹੈ? ਪੁੱਛਗਿੱਛ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਪੰਜਾਬ ਦੇ ਵਿੱਚ ਹੀ ਹੈ। ਪੱਪਲਪ੍ਰੀਤ ਦੇ ਨਾਲ ਪੁੱਛਗਿੱਛ ਦੇ ਦੌਰਾਨ ਇਹ ਗੱਲ ਨਸ਼ਰ ਹੋਈ ਹੈ। ਹੁਣ ਕਿੱਥੇ ਨੇ? ਛਾਪੇ ਮਾਰੇ ਜਾ ਰਹੇ ਨੇ। ਪਰ ਪੱਪਲਪ੍ਰੀਤ ਦੇ ਫੜੇ ਜਾਣ ਤੋਂ ਬਾਅਦ ਪੰਜਾਬ ਪੁਲਿਸ ਨੇ ਪੁੱਛਗਿੱਛ ਦੇ ਵਿੱਚ ਕੀ ਚੀਜ਼ਾਂ ਕੱਢੀਆਂ, ਹੌਲੇ ਹੌਲੇ ਕਰਕੇ ਇਹ ਗੱਲਾਂ ਬਾਹਰ ਆਣਗੀਆਂ। ਪਰ ਪੱਪਲਪ੍ਰੀਤ ਦੇ ਅਰੈਸਟ ਹੋਣ ਦੇ ਉੱਤੇ ਜਿਹੜਾ ਸੰਸ਼ਯ ਹਜੇ ਵੀ ਬਣਿਆ ਹੋਇਆ ਹੈ ਕਿ ਕਿੱਥੋਂ ਫੜਿਆ ਗਿਆ, ਇਹ ਇੱਕ ਸਵਾਲ ਜ਼ਰੂਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਵੀ ਖੜਾ ਹੈ। ਜੀ ਇੰਦਰਪ੍ਰੀਤ ਜੀ,
ਤੁਹਾਡੇ ਵੱਲ ਸਿਰਫ ਮੇਰਾ ਇੰਨਾ ਸਵਾਲ ਹੈ ਕਿ ਇਹ ਲਗਭਗ 6 ਕੁ ਮਹੀਨੇ ਚ ਫੈਲੀ ਹੋਈ ਹੈ ਸਾਰੀ ਐਕਟੀਵਿਟੀ। ਹੁਣ 6 ਮਹੀਨੇ ਦੀ ਇਸ ਐਕਟੀਵਿਟੀ ਨੂੰ ਤੁਸੀਂ ਜੇ ਕਿਸੇ ਕਮਿਊਨਿਟੀ ਦੇ ਲਿਹਾਜ਼ ਨਾਲ ਦੇਖੋ ਤਾਂ ਹਰ ਕਮਿਊਨਿਟੀ ਦਾ ਆਪਣਾ ਇੱਕ ਡਿਸਪਲਿਨ ਹੈ, ਔਰ ਉਹ ਡਿਸਪਲਿਨ ਲੋਕਾਂ ਨੂੰ ਅਲਾਓ ਕਰਦਾ ਜਾਂ ਨਹੀਂ ਕਰਦਾ ਚੀਜ਼ਾਂ ਨੂੰ ਲੈ ਕੇ। ਖਾਸ ਤੌਰ ਤੇ ਅਕਾਲ ਤਖਤ ਸਾਹਿਬ ਵਰਗੇ ਡਿਸਪਲਿਨ ਤੇ ਹੁੰਦਿਆਂ ਇੱਥੇ ਸਿੱਖੀ ਚ ਲੋਕ ਖਾਰਜ ਵੀ ਕੀਤੇ ਜਾਂਦੇ ਨੇ, ਉਹਨਾਂ ਨੂੰ ਸੱਦਿਆ ਵੀ ਜਾਂਦਾ, ਤਨਖਾਹਾਂ ਵੀ ਲਾਈਆਂ ਜਾਂਦੀਆਂ। ਕੀ ਕਿਸੇ ਕਮਿਊਨਿਟੀ ਦਾ ਕੋਈ ਵਿਅਕਤੀ ਵਿਸ਼ੇਸ਼ ਜਾਂ ਕੋਈ ਨਵੀਂ ਧਾਰਾ ਜਦੋਂ ਆਣ ਕੇ ਉਗਮਦੀ ਆ ਜਿਹਦੇ ਨਾਲ ਸਾਰੀ ਕਮਿਊਨਿਟੀ ਪੂਰੀ ਤਰ੍ਹਾਂ ਨਾਲ ਡੌਕ ਚ ਆ ਜਾਂਦੀ ਹੈ, ਸਾਰੇ ਸ਼ੱਕ ਦੀ ਨਿਗਾਹ ਨਾਲ ਦੇਖੇ ਜਾਣ ਲੱਗਦੇ ਆ, ਤਾਂ ਫਿਰ ਉਸ ਡਿਸਪਲਿਨ ਨੂੰ ਐਕਟੀਵੇਟ ਕਰਨ ਦੀ ਜ਼ਰੂਰਤ ਨਹੀਂ ਹੁੰਦੀ? ਕੀ ਸਿੰਘ ਸਾਹਿਬ ਨੇ ਜਾਂ ਅਕਾਲ ਤਖਤ ਸਾਹਿਬ ਵੱਲੋਂ ਸਮਾਂ ਰਹਿੰਦਿਆਂ ਇਹਦੇ ਤੇ ਕਾਰਵਾਈ ਕਰਨ ਦੇ ਵਿੱਚ ਜਾਂ ਇਹਦੇ ਸੰਬੰਧੀ ਸਥਿਤੀ ਸਪਸ਼ਟ ਕਰਨ 'ਚ ਸਮਾਂ ਲਾਤਾ? ਹੁਣ ਸਿੰਘ ਸਾਹਿਬ ਕਈ ਤਰ੍ਹਾਂ ਦੀਆਂ ਹਦਾਇਤਾਂ ਆਦੇਸ਼ ਜਾਰੀ ਕਰਦੇ ਨੇ, ਉਹ ਸਰਕਾਰਾਂ ਨੂੰ ਵੀ ਵਾਰਨ ਕਰਦੇ ਨੇ, ਪਰ ਕੀ ਜਦੋਂ ਇਸ ਵਰਤਾਰੇ ਨੇ ਆਪਣਾ ਰਿਦਮ ਫੜਿਆ, ਜਦੋਂ ਇਹਨੇ ਰੰਗ ਵਿਖਾਉਣਾ ਸ਼ੁਰੂ ਕੀਤਾ, ਜਲੰਧਰ ਦੇ ਵਿੱਚ ਕੁਰਸੀਆਂ ਮੇਜ਼ ਸਾੜਨ ਤੋੜਨ ਤੋਂ ਬਾਅਦ ਅਜਨਾਲੇ ਦਾ ਸਾਰਾ, ਉਸ ਵੇਲੇ ਸਾਡੀ ਚੁੱਪ ਕਿਤੇ ਸਾਨੂੰ ਵੀ ਕਟਹਿਰਿਆਂ 'ਚ ਖੜਾ ਨਹੀਂ ਕਰਦੀ? ਕਿਉਂਕਿ ਇਹਦੇ ਵਿੱਚ ਕੋਈ ਵੀ ਏਜੰਡਾ ਕੁਝ ਵੀ ਨਿਕਲ ਕੇ ਆਉਣਾ, ਉਹਦੇ ਨਾਲੋਂ ਜ਼ਿਆਦਾ ਵੱਡੇ ਨੁਕਸਾਨ ਕੌਮ ਦੇ ਕਈ ਨੌਜਵਾਨਾਂ ਦਾ ਸ਼ੱਕ ਦੇ ਆਧਾਰ 'ਚ ਪੰਗੇ 'ਚ ਆ ਜਾਣਾ, ਕਈਆਂ ਦੇ ਕੈਰੀਅਰ ਬਿਨਾਂ ਮਤਲਬ ਦਾਗਦਾਰ ਹੋ ਜਾਣੇ। ਇਹ ਸਾਰੇ ਮਾਮਲੇ ਬੜੇ ਸੈਂਸਿਟਿਵ ਨੇ, ਔਰ ਕੀ ਇਹਦੇ ਤੇ ਕਿਸੇ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਤੁਸੀਂ ਕਿਸੇ ਡਿਸਪਲਿਨ ਦੇ ਮੁਖੀ ਹੋ ਤੇ ਤੁਸੀਂ ਸਮਾਂ ਰਹਿੰਦਿਆਂ ਉਹਦੇ ਸੰਬੰਧੀ ਯੋਗ ਆਦੇਸ਼ ਜਾਰੀ ਕਰੋ ਜਾਂ ਚੀਜ਼ਾਂ ਨੂੰ ਸਪਸ਼ਟ ਕਰੋ? ਰੰਧਾਵਾ ਸਾਹਿਬ, ਬਿਲਕੁਲ ਤੁਹਾਡਾ ਸਵਾਲ ਬੜਾ ਵਾਜਿਬ ਹੈ। ਮੈਂ ਇਹ ਜ਼ਿਕਰ ਪਹਿਲਾਂ ਵੀ ਕੀਤਾ ਸੀ ਇੱਕ ਵਾਰੀ ਕਿ ਸਮੇਂ ਰਹਿੰਦੇ ਜਦ ਤੱਕ ਜੇ ਕੋਈ ਕਾਰਵਾਈ ਨਹੀਂ ਹੁੰਦੀ ਨਾ, ਚਾਹੇ ਕੋਈ ਵੀ ਹੋਵੇ, ਚਾਹੇ ਸਰਕਾਰਾਂ ਹੋਣ, ਚਾਹੇ ਮਤਲਬ ਸਾਡੀ ਕਮਿਊਨਿਟੀ ਦੇ ਜਿਹੜੇ ਪ੍ਰਮੁੱਖ ਨੇ ਉਹਨਾਂ ਦਾ ਹੋਵੇ, ਇਹ ਸਮੇਂ ਰਹਿੰਦੇ ਜਦੋਂ ਕਾਰਵਾਈ ਨਹੀਂ ਹੁੰਦੀ ਤਾਂ ਉਲਝਣਾਂ ਬਹੁਤ ਵੱਧ ਜਾਂਦੀਆਂ ਨੇ। ਇਸ ਮਾਮਲੇ ਵਿੱਚ ਵੀ ਲਗਭਗ ਏਦਾਂ ਹੀ ਹੋਇਆ। ਤੁਸੀਂ ਦੇਖੋ ਕਿ ਸਤੰਬਰ ਮਹੀਨੇ 'ਚ ਇੱਕ ਬੰਦਾ ਅਚਾਨਕ ਸਾਡੇ ਨਕਸ਼ੇ ਤੇ ਆਉਂਦਾ, ਪੰਜਾਬ ਦੇ ਨਕਸ਼ੇ ਤੇ ਉਹ ਤੋਂ ਬਾਅਦ ਉਹਨੂੰ ਕੀ ਨਾਮ ਹੈ ਇੱਥੇ ਉਹਦੀ ਰੋਡੇ ਪਿੰਡ 'ਚ ਜਾ ਕੇ ਉਹਦੀ ਕੀ ਨਾਮ ਹੈ ਦਸਤਾਰਬੰਦੀ ਕੀਤੀ ਜਾਂਦੀ ਹੈ, ਔਰ ਅਚਾਨਕ ਹੀ ਡੇ ਬਾਈ ਡੇ ਏਦਾਂ ਚੜ੍ਹਦੇ ਜਾ ਰਿਹਾ ਉੱਤੇ, ਜਿਸ ਤਰ੍ਹਾਂ ਪਤਾ ਨਹੀਂ ਉਹਦੇ ਪਿੱਛੇ ਕਿਹੜੀਆਂ ਫੋਰਸਿਸ ਕੰਮ ਕਰ ਰਹੀਆਂ ਨੇ। ਮੈਨੂੰ ਤਾਂ ਸਮਝ ਨਹੀਂ ਆ ਰਿਹਾ ਇਹ ਸਾਰੇ ਵਰਤਾਰੇ ਤੇ। ਖਾਸ ਤੌਰ ਤੇ ਉਦੋਂ ਜਦੋਂ ਜਲੰਧਰ ਵਾਲੀ ਜਿਹੜੀ ਘਟਨਾ ਹੋਈ ਹੈ, ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਕੁਰਸੀਆਂ ਮੇਜ਼ ਸੀ ਉਹ ਹਟਾ ਦਿੱਤੇ ਗਏ ਹੈ, ਉਸ ਤੋਂ ਬਾਅਦ ਬਹੁਤ ਕਮਿਊਨਿਟੀ ਦੇ ਵਿੱਚ ਗੁੱਸਾ ਸੀ ਇਸ ਗੱਲ ਦਾ ਵੀ ਯਾਰ ਇਹ ਕੌਣ ਹੈ ਬੰਦਾ ਜਿਹੜਾ ਆਪਣੇ ਸਵੈੰਭੂ ਹੀ ਮਤਲਬ ਆਪਣੇ ਆਪ ਹੀ ਆਦੇਸ਼ ਕਰੀ ਜਾ ਰਿਹਾ, ਔਰ ਇਹਨਾਂ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਝ ਬੋਲ ਹੀ ਨਹੀਂ ਰਹੇ ਜਾਂ ਕੋਈ ਸ਼੍ਰੋਮਣੀ ਕਮੇਟੀ ਕੁਝ ਬੋਲ ਨਹੀਂ ਰਹੀ, ਜਦਕਿ ਬੋਲਣਾ ਤਾਂ ਉਹਨਾਂ ਨੂੰ ਚਾਹੀਦਾ ਨਾ। ਸੋ ਇੱਥੇ ਵੀ ਇਹੀ ਸਵਾਲ ਸੀ, ਪਰ ਔਰ ਇਹ ਸਵਾਲ ਕੱਲਾ ਇੱਕ ਸਿੱਖ ਕਮਿਊਨਿਟੀ ਵਾਸਤੇ ਨਹੀਂ ਹੈ, ਇਹ ਹੋਰ ਵੀ ਕਮਿਊਨਿਟੀਆਂ ਦੇ ਉੱਤੇ ਏਦਾਂ ਹੀ ਹੈ। ਚਲੋ ਇੱਕ ਇਹ ਇੱਥੇ ਗੱਲ ਅਸੀਂ ਅੰਮ੍ਰਿਤਪਾਲ ਦੀ ਜਾਂ ਪੱਪਲਪ੍ਰੀਤ ਹੋਰਾਂ ਦੀ ਕਰ ਰਹੇ, ਲੇਕਿਨ ਬਾਕੀ ਜਿਹੜੀਆਂ ਕਮਿਊਨਿਟੀਜ਼ ਨੇ ਉਹਨਾਂ ਦੇ ਵੀ ਜਿਹੜੇ ਇਸ ਤਰ੍ਹਾਂ ਦੇ ਕੁਝ ਬੰਦੇ ਹੁੰਦੇ ਆ, ਜਿਵੇਂ ਸੂਰੀ ਸੀ, ਚਲੋ ਹੁਣ ਉਹ ਨਹੀਂ ਰਹੇ ਦੁਨੀਆ 'ਚ, ਪਰ ਏਦਾਂ ਦੇ ਹੋਰ ਕਈ ਨੇ। ਤੁਸੀਂ ਦੇਖੋ ਮੈਂ ਇਸ ਗੱਲ ਤੇ ਹੈਰਾਨ ਹੋ ਗਿਆ, ਪਿੱਛੇ ਜੇ ਇੰਡੀਅਨ ਐਕਸਪ੍ਰੈਸ ਨੇ ਖਬਰ ਛਾਪੀ ਹੋ ਗਏ 3-4 ਸਾਲ ਉਹਨੇ ਦੱਸਿਆ ਕਿ 18 ਇਹ ਜਿਹੀਆਂ ਸ਼ਿਵ ਸੈਨਾਵਾਂ ਪੰਜਾਬ ਦੇ ਵਿੱਚ ਐਕਟਿਵ ਨੇ, 18, ਔਰ ਸਭ ਨੂੰ ਇੰਨੀ ਫੋਰਸ ਮਿਲੀ ਹੋਈ ਹੈ, ਔਰ ਜਦੋਂ ਮਰਜ਼ੀ ਉਹ ਚਾਹੁੰਦੇ ਨੇ ਇਸ ਤਰ੍ਹਾਂ ਦਾ ਅਸਮਾਜਿਕ ਜਾਂ ਬਿਆਨ ਜਾਂ ਦੇ ਦਿੰਦੇ ਆ ਜਿਹੜਾ ਕਮਿਊਨਿਟੀਆਂ ਦੇ ਵਿੱਚ ਬਹੁਤ ਮਤਲਬ ਨੁਕਸਾਨ ਕਰਨ ਵਾਲਾ ਹੁੰਦਾ ਹੈ, ਪਰ ਕੋਈ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੁੰਦੀ, ਉਹ ਚੁੱਪਚਾਪ ਇਸੇ ਤਰ੍ਹਾਂ ਹੀ ਬੈਠੇ ਰਹਿੰਦੇ ਆ। ਸੋ ਇਹ ਸਾਰੀਆਂ ਚੀਜ਼ਾਂ ਨਾ ਕਈ ਵਾਰੀ ਏਦਾਂ ਲੱਗਦੀਆਂ ਨੇ ਵੀ ਇਹ ਜਾਣ ਕੇ ਕਿਤੇ ਕਰਵਾਈਆਂ ਤੇ ਨਹੀਂ ਜਾ ਰਹੀਆਂ, ਆਪਣੇ ਆਪ ਤਾਂ ਹੋਣੀਆਂ ਸੰਭਵ ਨਹੀਂ। 8-8, 10-10, 15-15 ਗਨਮੈਨ ਜਿਪਸੀਆਂ ਉਹਨਾਂ ਕੋਲ, ਔਰ ਇਸ ਤਰ੍ਹਾਂ ਦੇ ਬਿਆਨ ਦੇਈ ਜਾ ਰਿਹਾ, ਫਿਰ ਮਤਲਬ ਔਰ ਕਹਿੰਦੇ ਕੀ ਹੈ ਕਿ ਸਾਨੂੰ ਜੀ ਨੁਕਸਾਨ ਹੋ ਸਕਦਾ, ਸਾਡੀ ਜਾਨ ਨੂੰ ਖਤਰਾ ਹੋ ਸਕਦਾ। ਬਈ ਤੁਸੀਂ ਜਿਹੜੇ ਬਿਆਨ ਦੇ ਰਹੇ ਹੋ ਉਹਦੇ ਨਾਲ ਤਾਂ ਸੌਹਾਰਦ ਸੋਸਾਇਟੀ ਦਾ ਖਰਾਬ ਹੋ ਰਿਹਾ, ਉਹਦੇ ਉੱਤੇ ਤੁਸੀਂ ਕੁਝ ਨਹੀਂ ਬੋਲ ਰਹੇ। ਇਸੇ ਤਰ੍ਹਾਂ ਹੀ ਅੰਮ੍ਰਿਤਪਾਲ ਵਾਲੇ ਇਸ਼ੂ ਦੇ ਉੱਤੇ ਵੀ ਜਥੇਦਾਰ ਸਾਹਿਬ ਨੇ ਕੁਝ ਨਹੀਂ ਬੋਲਿਆ। ਤਾਂ ਜਦੋਂ ਤੁਹਾਨੂੰ ਯਾਦ ਹੋਊਗਾ ਹੁਣ 3 ਦਿਨ ਪਹਿਲਾਂ ਤਲਵੰਡੀ ਸਾਬੋ ਦੇ ਵਿੱਚ ਜਿਹੜੀ ਪੱਤਰਕਾਰਾਂ ਨਾਲ ਉਹ ਰੱਖੀ ਸੀ, ਉਹਦੇ ਵਿੱਚ ਵੀ ਕਈ ਬੰਦਿਆਂ ਨੇ ਉਹਨਾਂ ਨੂੰ ਮਤਲਬ ਜਥੇਦਾਰ ਸਾਹਿਬ ਨੂੰ ਮਤਲਬ ਪ੍ਰੋਗਰਾਮ ਤੋਂ ਪਹਿਲਾਂ ਵੀ ਔਰ ਵਿੱਚ ਵੀ ਇਹ ਕਿਹਾ ਸੀ ਵੀ ਤੁਸੀਂ ਇੱਕ ਪਰਿਵਾਰ ਦਾ ਨਾ ਕਦੀ ਸੋਚਿਆ ਕਰੋ, ਤੁਸੀਂ ਕਮਿਊਨਿਟੀ ਦੇ ਹੋ, ਤੁਸੀਂ ਸਿੱਖ ਸਮੁਦਾਇ ਦੇ ਹੋ, ਤੇ ਤੁਹਾਨੂੰ ਉਹਦੇ ਉੱਤੇ ਉਹਦਾ ਖਿਆਲ ਰੱਖਣਾ ਚਾਹੀਦਾ, ਨਾ ਕਿ ਪਰਿਵਾਰ ਦਾ। ਸੋ ਮੈਨੂੰ ਇਹ ਲੱਗਦਾ ਕਿ ਇਹ ਤੁਹਾਡਾ ਸਵਾਲ ਬਿਲਕੁਲ ਵਾਜਿਬ ਹੈ, ਔਰ ਜਵਾਬਦੇਹੀ ਜਥੇਦਾਰ ਸਾਹਿਬ ਦੀ ਵੀ ਉਨੀ ਹੀ ਬਣਦੀ ਹੈ, ਕਿਉਂਕਿ ਸਾਡੇ ਤਾਂ ਹੈ ਹੀ ਹੈ ਪੰਜ ਪ੍ਰਧਾਨੀ ਸਿਸਟਮ ਹੈ ਸਾਡੇ ਸਿੱਖ ਸਮਾਜ ਦੇ ਵਿੱਚ, ਤੇ ਪੰਜ ਪ੍ਰਧਾਨੀ ਸਿਸਟਮ ਦੇ ਵਿੱਚ ਤਾਂ ਜਵਾਬ ਮਤਲਬ ਬਣਾਣੀ ਹੀ ਪਏਗੀ ਕਿਸੇ ਨਾ ਕਿਸੇ ਦੀ।
ਬੜੀ ਵਾਰੀ ਸ਼ਾਂਤ ਪਾਣੀਆਂ 'ਚ ਵੱਟਾ ਮਾਰ ਕੇ ਤੇ ਹਲਚਲ ਮਾਪੀ ਜਾਂਦੀ ਹੈ। ਵੈਸੇ ਭਾਸਕਰ ਸਾਹਿਬ ਕੱਲ ਡੀਜੀਪੀ ਸਾਹਿਬ ਸਿੰਘ ਸਾਹਿਬ ਨੂੰ ਮਿਲਦੇ ਆ, ਤਖਤ ਸ੍ਰੀ ਦਮਦਮਾ ਸਾਹਿਬ ਦੇ ਵਿੱਚ ਉਹ ਸਿੰਘ ਸਾਹਿਬ ਨਾਲ ਇੱਕ ਮੁਲਾਕਾਤ ਪਾਉਂਦੇ ਨੇ। ਉਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਇੱਕ ਲੀਗਲ ਨੋਟਿਸ ਖੰਨੇ ਦੇ ਐਸਐਸਪੀ ਨੂੰ ਭੇਜ ਦਿੰਦੀ ਹੈ, ਜਿਨ੍ਹਾਂ ਨੇ ਉਹ ਨਿਸ਼ਾਨ ਜਿਹੜੇ ਮਿਸਲਾਂ ਦੇ ਮੌਕਿਆਂ ਦੇ ਸੀ, ਖਾਲਸਾ ਰਾਜ ਦੇ ਮੌਕਿਆਂ ਦੇ ਸੀਗੇ, ਉਹਨਾਂ ਨੂੰ ਖਾਲਿਸਤਾਨ ਨਾਲ ਜੋੜ ਕੇ ਪ੍ਰਚਾਰਿਆ ਸੀ ਜਾਂ ਉਹਨਾਂ ਸੰਬੰਧੀ ਪ੍ਰੈਸ ਕਾਨਫਰੰਸ ਕੀਤੀ ਸੀ। ਇਹਦਾ ਸੰਦਰਭ ਇੱਕ ਹੀ ਹੋ ਸਕਦਾ, ਸਿੰਘ ਸਾਹਿਬ ਨੂੰ ਮਿਲਣਾ, ਜਾਂ ਇਹਦਾ ਵਿਸਾਖੀ ਨਾਲ ਜੁੜੇ ਮਾਮਲਿਆਂ 'ਚ ਵੀ ਹੋ ਸਕਦਾ ਹੈ। ਇਹਦਾ ਕੌਮੀ ਮਾਮਲਿਆਂ ਤੇ ਜਥੇਦਾਰ ਸਾਹਿਬ ਦਾ ਪ੍ਰੋਐਕਟਿਵ ਹੋਣਾ ਉਸ ਸੰਦਰਭ ਦੇ ਵਿੱਚ ਵੀ ਆਪਣੀ ਸਫਾਈ ਦੇਣ ਨਾਲ ਵੀ ਜੁੜਿਆ ਹੋ ਸਕਦਾ। ਇੱਕ ਥੋੜਾ ਜਿਹਾ ਇਹਦੇ ਉੱਤੇ ਟਿੱਪਣੀ ਦੇ ਦਿਓ ਜੀ। ਬਿਲਕੁਲ, ਕੱਲ ਡੀਜੀਪੀ ਸਾਹਿਬ ਦੀ ਜਦ ਜਥੇਦਾਰ ਸਾਹਿਬ ਨਾਲ ਮੀਟਿੰਗ ਹੁੰਦੀ ਹੈ, ਹਾਲਾਂਕਿ ਉਸ ਬੰਦ ਕਮਰੇ ਦੀ ਮੀਟਿੰਗ ਦੇ ਵਿੱਚ ਕੀ ਹੋਇਆ, ਉਸ ਤੋਂ ਪਹਿਲੇ ਜਿਹੜਾ ਤੁਸੀਂ ਪਿੱਛੇ ਸਵਾਲ ਖੜਾ ਕੀਤਾ ਕਿ 6 ਮਹੀਨੇ ਦੇ ਵਿੱਚ ਅੰਮ੍ਰਿਤਪਾਲ ਦਾ ਕੱਦ ਪੰਜਾਬ ਦੇ ਵਿੱਚ ਬੜਾ ਵੱਡਾ ਹੋ ਜਾਂਦਾ ਹੈ। ਉਹ ਸਪਟੈਂਬਰ 2022 ਦੇ ਮਹੀਨੇ ਦੇ ਵਿੱਚ ਆਉਂਦਾ ਹੈ ਤੇ ਆਉਣ ਤੋਂ ਬਾਅਦ ਵਾਰਿਸ ਪੰਜਾਬ ਦਾ ਮੁਖੀ ਬਣਨ ਤੋਂ ਬਾਅਦ ਲਗਾਤਾਰ ਉਹਦੀ ਐਕਟੀਵਿਟੀ ਵੱਧਦੀ ਰਹਿੰਦੀ ਹੈ। ਪਿਛਲੇ ਆਪਰੇਸ਼ਨ ਜਦ ਮਾਰਚ 18 ਨੂੰ ਚਲਾਇਆ ਜਾਂਦਾ ਆਪਰੇਸ਼ਨ ਅੰਮ੍ਰਿਤਪਾਲ, ਉਸ ਤੋਂ ਬਾਅਦ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਸਾਰੀ ਏਦਾਂ ਦੀ ਗੱਲਾਂ ਨਿਕਲ ਕੇ ਆਉਂਦੀ ਹੈ, ਜਿੱਦਾਂ ਕਿ ਜਾਰਜੀਆ ਦੇ ਵਿੱਚ ਉਹਦੀ ਟ੍ਰੇਨਿੰਗ ਹੋਈ ਸੀ, ਹਥਿਆਰਾਂ ਦੀ ਫਾਇਰਿੰਗ ਰੇਂਜ ਸੀਗੀ। ਉਹਨਾਂ ਸਾਰੀ ਇਨਵੈਸਟੀਗੇਸ਼ਨ ਦਾ ਹਜੇ ਤੱਕ ਪੁਲਿਸ ਨੇ ਆਪਣੀ ਰਿਪੋਰਟ ਦੇ ਵਿੱਚ ਕੋਈ ਪੈਡਿੰਗ ਨਹੀਂ ਕੀਤੀ। ਯਾਨੀ ਜਿੰਨੇ ਵੀ ਐਲੀਗੇਸ਼ਨ ਲਾਣੇ, ਹੁਣ ਕੱਲ ਪਪਲਪ੍ਰੀਤ ਹੀ ਫੜਿਆ ਗਿਆ, ਉਹਦੇ ਬਾਅਦ ਇੱਕ ਡੋਜ਼ੀਅਰ ਤਿਆਰ ਕੀਤਾ ਗਿਆ। ਪਪਲਪ੍ਰੀਤ ਕਦੋਂ ਪੈਦਾ ਹੋਇਆ ਸੀ, ਕਿਹੜੇ ਪਿੰਡ ਦੇ ਵਿੱਚ ਸੀਗੇ, ਕਿੱਥੋਂ ਉਹਨੇ ਐਜੂਕੇਸ਼ਨ ਕੀਤੀ, 2015 ਦੇ ਵਿੱਚ ਕਿਸ ਤਰੀਕੇ ਨਾਲ ਇਹਨੇ ਸਿੱਖ ਫਰੰਟ ਬਣਾਇਆ, ਸਿੱਖ ਯੂਥ ਫਰੰਟ, ਔਰ 2017 ਦੇ ਵਿੱਚ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਿਹੜੇ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਹੈ, ਉਹਦੇ ਆਰਗੇਨਾਈਜੇਸ਼ਨਲ ਸੈਕਟਰੀ ਵੀ ਰਿਹਾ। ਔਰ ਉਸ ਤੋਂ ਬਾਅਦ ਲਗਾਤਾਰ ਉਹ ਮਾਸਟਰਮਾਈਂਡ ਸੀਗਾ ਸਰਬਤ ਖਾਲਸਾ ਬੁਲਾਏ ਜਾਣ, ਜਿਹੜਾ 2015 ਦੇ ਵਿੱਚ ਵੀ ਬੁਲਾਇਆ ਸੀ, ਉਹ ਵੀ ਉਹਦਾ ਇੱਕ ਤਰੀਕੇ ਨਾਲ ਆਰਗੇਨਾਈਜ਼ਰ ਸੀ। ਤੇ ਹੁਣ ਵੀ ਜਿਹੜੀ ਸਲਾਹ ਅੰਮ੍ਰਿਤਪਾਲ ਨੂੰ ਉਸ ਵੀਡੀਓ ਦੇ ਵਾਸਤੇ ਦਿੱਤੀ ਸੀ, ਉਹ ਪਪਲਪ੍ਰੀਤ ਨੇ ਦਿੱਤੀ ਸੀ। ਇਸ ਤੋਂ ਇਲਾਵਾ ਪਪਲਪ੍ਰੀਤ ਦੀ ਕਿਹੜੀ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਹੱਥ ਸੀਗਾ, ਇਹ ਜ਼ਰੂਰ ਕਿਹਾ ਗਿਆ ਕਿ ISI ਦੇ ਨਾਲ ਉਹਦੇ 2015 ਦੇ ਵਿੱਚ ਵੀ ਲਿੰਕ ਸੀ ਔਰ 307 ਦੇ ਵਿੱਚ ਉਹਨੂੰ ਬੁੱਕ ਵੀ ਕੀਤਾ ਗਿਆ ਸੀ। ਇਹਨਾਂ ਸਾਰੀ ਗੱਲਾਂ ਦੇ ਉੱਤੇ ਕੀ ਪੁਲਿਸ ਨੂੰ ਮਾਰਚ 18 ਤੋਂ ਪਹਿਲੇ ਨਹੀਂ ਪਤਾ ਸੀਗਾ? ਮਾਰਚ 18 ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਹੋਈ ਉਸ ਦੌਰਾਨ ਹੀ ਇਹ ਸਾਰੀ ਗੱਲਾਂ ਨਿਕਲ ਕੇ ਆਈਆਂ। ਜੇ ਜਾਰਜੀਆ ਦੇ ਵਿੱਚ ਉਹਦੀ ਟ੍ਰੇਨਿੰਗ ਹੋਈ ਸੀ ਔਰ ਸਪਟੈਂਬਰ ਦੇ ਮਹੀਨੇ ਦੇ ਵਿੱਚ ਇੰਡੀਆ ਆਂਦਾ ਹੈ, ਪੰਜਾਬ ਆਂਦਾ ਹੈ, ਔਰ ਉਸ ਤੋਂ ਬਾਅਦ ਯਾਨੀ ਪੁਲਿਸ ਦੀ ਇਨਵੈਸਟੀਗੇਸ਼ਨਸ ਦੇ ਵਿੱਚ ਵੀ ਕਾਫੀ ਸਾਰੇ ਗੈਪ ਨੇ। ਇਹਨਾਂ ਗੈਪਸ ਨੂੰ ਫਿਲ ਕਰਨਾ ਪੈਣਾ ਔਰ ਅੱਗੇ ਚੱਲ ਕੇ ਭਾਵੇਂ NSA ਦੇ ਵਿੱਚ ਹੀ ਕੇਸ ਚਲੇ, ਉਹਦੇ ਵਿੱਚ ਵੀ ਪੁਖਤਾ ਸਬੂਤ ਦੇਣੇ ਪੈਣੇ ਆ। ਕੱਲ DGP ਸਾਹਿਬ ਦੀ ਜਿਹੜੀ ਜਥੇਦਾਰ ਸਾਹਿਬ ਨਾਲ ਮੀਟਿੰਗ ਸੀ, ਉਸ ਮੀਟਿੰਗ ਦੇ ਵਿੱਚ ਜਿਹੜੀ ਜਥੇਦਾਰ ਸਾਹਿਬ ਦੀ ਪੰਥਕ ਜਥੇਬੰਦੀਆਂ ਨਾਲ ਔਰ ਇੱਕ ਜਿਹੜਾ ਇਕੱਠ ਕੀਤਾ ਸੀਗਾ ਪੱਤਰਕਾਰਾਂ ਦਾ, ਉਹਦੇ ਵਿੱਚ ਜੋ ਗੱਲਾਂ ਹੋਈਆਂ, ਉਹਨਾਂ ਮੁੱਦਿਆਂ ਦੇ ਉੱਤੇ ਹੋ ਸਕਦਾ DGP ਸਾਹਿਬ ਨੇ ਕੱਲ ਜਥੇਦਾਰ ਸਾਹਿਬ ਨਾਲ ਗੱਲ ਕੀਤੀ ਹੋਏ ਔਰ ਅੰਮ੍ਰਿਤਪਾਲ, ਪਪਲਪ੍ਰੀਤ ਜਾਂ ਉਹ ਤਮਾਮ ਉਹ ਲੋਕ ਜਿਹੜੇ NSA ਦੇ ਵਿੱਚ ਬੁੱਕ ਕੀਤੇ ਗਏ ਨੇ, ਉਹਨਾਂ ਦੇ ਬਾਰੇ 'ਚ ਕੁਝ ਸਬੂਤਾਂ ਦਾ ਵੀ ਜ਼ਿਕਰ ਹੋਏ ਕਿ ਤੁਸੀਂ ਇਸ ਮੁੱਦੇ ਨੂੰ ਪੰਥਕ ਮੁੱਦਾ ਨਾ ਬਣਾਓ। ਇਹ ਇੱਕ ਦੇਸ਼ ਦੇ ਖਿਲਾਫ ਛੇੜੀ ਗਈ ਜੰਗ ਦਾ ਇੱਕ ਹਿੱਸਾ ਹੈਗਾ। ਇਸ ਕਰਕੇ ਜੇ ਤੁਸੀਂ ਇਹਨੂੰ ਪੰਥਕ ਮੁੱਦਾ ਬਣਾ ਦਿੰਦੇ ਹੋ ਤੇ ਅੱਗੇ ਚੱਲ ਕੇ ਪੰਥ ਨੂੰ ਵੀ ਇੱਕ ਤਰੀਕੇ ਨਾਲ ਇਹਨਾਂ ਮੁੱਦਿਆਂ ਦੇ ਉੱਤੇ ਟਿਕੇ ਰਹਿਣਾ ਮੁਸ਼ਕਿਲ ਹੋਏਗਾ। SGPC ਨੇ ਅੰਦਾਜ਼ਾ ਤਾਂ ਹੋ ਸਕਦਾ ਹੈ ਕਿ ਇੰਜ ਹੋਇਆ ਹੋ ਸਕਦਾ। ਹਾਲਾਂਕਿ ਤਲਵੰਡੀ ਸਾਬੋ ਦੇ ਵਿੱਚ ਬਹੁਤ ਭਾਰੀ ਵਿਸਾਖੀ ਲੱਗਦੀ ਹੈ, ਇਸ ਸੰਬੰਧੀ ਵੀ DGP ਸਾਹਿਬ ਅਧਿਕਾਰਤ ਤੌਰ ਤੇ ਤਾਂ ਇਹੀ ਮੀਟਿੰਗ ਨੂੰ ਲੈ ਕੇ ਗਏ ਹੋਣਗੇ। ਨੋ ਡਾਊਟ ਸਿੰਘ ਸਾਹਿਬ ਪਿਛਲੇ ਦਿਨਾਂ 'ਚ ਬੜੇ ਸਖਤ ਰਹੇ, ਸਰਕਾਰ ਦੇ ਖਿਲਾਫ ਉਹਨਾਂ ਦਾ ਰੁਖ ਬਹੁਤ ਸਖਤ ਸੀ। ਹੋ ਸਕਦਾ ਥੋੜਾ ਜਿਹਾ ਇੱਕ ਆਪਣਾ ਪਹਿਲੂ, ਇੱਕ ਆਪਣਾ ਸਰਕਾਰ ਦਾ, ਪੁਲਿਸ ਦਾ ਪੱਖ ਦੇਣ ਲਈ, ਕਿਉਂਕਿ ਸਾਰੀ ਸਿੰਘ ਸਾਹਿਬ ਦੀ ਟੋਨ ਤਾਂ ਪੁਲਿਸ ਦੇ ਖਿਲਾਫ ਹੀ ਸੀਗੀ। ਸਰਕਾਰ ਤਾਂ ਮਹਿਜ ਇੱਕ ਨਾਂ ਹੁੰਦਾ ਹੈ, ਬਾਕੀ ਥੱਲੇ ਕਾਰਵਾਈ ਤਾਂ। ਲੇਕਿਨ ਦੂਜਾ ਮਾਮਲਾ ਤੁਸੀਂ ਜਿਹੜਾ ਪਹਿਲਾਂ ਉਠਾਇਆ ਨਾ, ਮੈਂ ਉਹਦੇ 'ਚ ਇੱਕ ਟਿੱਪਣੀ ਛੋਟੀ ਜਿਹੀ ਦੇਣਾ ਚਾਹੂੰਗਾ ਕਿ ਡੋਜ਼ੀਅਰ ਤਾਂ ਭਾਸਕਰ ਸਾਹਿਬ ਬਹੁਤ ਪਹਿਲਾਂ ਤਿਆਰ ਹੋ ਜਾਂਦੇ ਆ। ਡੋਜ਼ੀਅਰ ਤਾਂ ਤੁਹਾਡਾ ਵੀ ਤਿਆਰ ਹੋਇਆ ਹੋਏਗਾ, ਇੰਦਰਪ੍ਰੀਤ ਜੀ ਦਾ ਵੀ ਹੋਇਆ ਹੋਏਗਾ ਵੀ ਇਹ ਬੰਦਾ ਕਿੱਥੋਂ ਆ, ਕਿਉਂ ਆ, ਕਿਵੇਂ ਬੋਲ ਰਿਹਾ, ਇਹਦਾ ਆਧਾਰ ਕੀ ਆ, ਇਹਦੇ ਸਰੋਤ ਕੀ ਆ, ਇਹ ਕੀ ਕਰਦਾ ਹੈ, ਇਹਦੀ ਰੋਟੀ ਪਾਣੀ ਦਾ ਕੀ ਜੁਗਾੜ। ਸਾਰਿਆਂ ਦੇ ਡੋਜ਼ੀਅਰ ਤਾਂ ਤਿਆਰ ਹੁੰਦੇ ਹੀ ਆ। ਪੰਜਾਬ ਦੀ CID ਇਸ ਗੱਲੋਂ ਬੜੀ ਸਸ਼ਕਤ ਹੈ ਵੀ ਉਹ ਕਰਦੇ ਹੀ ਰਹਿੰਦੇ ਆ ਇਹਨਾਂ ਚੀਜ਼ਾਂ ਨੂੰ। ਸਵਾਲ ਇਸ ਗੱਲ ਦਾ ਹੈ ਕਿ ਪਪਲਪ੍ਰੀਤ ਜੇਕਰ ਜਿਹੜੀਆਂ ਤੁਸੀਂ ਗੱਲਾਂ ਕਹਿ ਰਹੇ ਹੋ, ਮੈਂ ਇੱਕ ਪਲ ਲਈ ਇੱਥੇ ਉਸ ਗੱਲ ਨੂੰ ਵਿਰਾਮ ਦੇ ਕੇ ਅੱਗੇ ਆ ਜਾ ਕਿ ਜਿਹੜੀ ਗੱਲ ਤੁਸੀਂ ਜਾਰਜੀਆ ਵਾਲੀ ਕਰ ਰਹੇ ਹੋ, ਜਿਹੜੀ ਗੱਲ ਤੁਸੀਂ ਹੋਰ ਕਰ ਰਹੇ ਹੋ, ਕਦੇ ਪੁਲਿਸ ਨੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ। ਇਹ ਖਬਰਾਂ ਲੱਗੀਆਂ, ਇਹ ਖਬਰਾਂ ਲਗਵਾਈਆਂ ਜਾਂਦੀਆਂ, ਇਹ ਖਬਰਾਂ ਛਣ ਕੇ ਆਉਂਦੀਆਂ ਰਹੀਆਂ ਤੇ ਕੱਢੀਆਂ ਜਾਂਦੀਆਂ ਰਹੀਆਂ ਬਾਹਰ। ਅਜੇ ਤੱਕ ਪੁਲਿਸ ਨੇ ਅਧਿਕਾਰਤ ਤੌਰ ਤੇ ਕੁਝ ਵੀ ਇਹਨਾਂ ਬਾਰੇ ਮੂੰਹ ਨਹੀਂ ਖੋਲਿਆ। ਹੁਣ ਤੁਸੀਂ SCPC ਦੀ ਗੱਲ ਕਰ ਰਹੇ ਸੀ ਜੀ। SGPC ਨੇ ਵੀ ਕੱਲ ਇੱਕ ਨੋਟਿਸ ਕੱਢਿਆ, ਜਿਹੜੀ ਖੰਨਾ ਦੀ SSP ਨੇ ਅਵਨੀਤ ਕੌਂਡਲ,
ਤੁਹਾਨੂੰ ਯਾਦ ਹੋਏਗਾ ਅਵਨੀਤ ਕੋਂਡਲ ਉਹਨਾਂ ਨੇ ਤੇਜਿੰਦਰਪਾਲ ਸਿੰਘ ਗਿੱਲ, ਜਿਹਨੂੰ ਗੋਰਖਾ ਬਾਬਾ ਵੀ ਕਹਿੰਦੇ ਨੇ, ਅੰਮ੍ਰਿਤਪਾਲ ਦਾ ਸਾਥੀ ਰਹਿ ਚੁੱਕਿਆ ਹੈ, ਉਹਨੂੰ ਫੜਨ ਤੋਂ ਬਾਅਦ ਉਹਦੇ ਫੋਨ ਤੋਂ ਕੁਝ ਗੱਲਾਂ ਨਿਕਲ ਕੇ ਆਈ ਸੀ, ਕੁਝ ਫੋਟੋ ਆਈ ਸੀ ਜਿਹਦੇ ਵਿੱਚ ਕਹਿੰਦੇ ਆ ਖਾਲਿਸਤਾਨ ਦੀ ਕਰੰਸੀ ਤੋਂ ਲੈ ਕੇ ਝੰਡੇ ਤੱਕ ਦੀ ਗੱਲ ਸੀਗੀ। ਇਸ ਮੁੱਦੇ ਦੇ ਉੱਤੇ ਐਸਜੀਪੀਸੀ ਨੇ ਨੋਟਿਸ ਭੇਜਿਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਸਿੱਖ ਕਿੰਗਡਮ ਸੀ, ਉਸ ਝੰਡੇ ਨੂੰ ਖਾਲਿਸਤਾਨ ਦਾ ਝੰਡਾ ਬਣਾ ਕੇ ਪੇਸ਼ ਕੀਤਾ ਗਿਆ। ਸਿੱਖ ਰਿਆਸਤਾਂ ਦੇ ਝੰਡੇ ਨੂੰ ਇਹ ਕਿਹਾ ਗਿਆ ਕਿ ਇਹ ਵੀ ਵੱਖ-ਵੱਖ ਖਾਲਿਸਤਾਨ ਦੀ ਜਿਹੜੀ ਰਿਆਸਤਾਂ ਸੀਗੀ ਉਹਦੇ ਝੰਡੇ ਹੈਗੇ ਨੇ। ਯਾਨੀ ਅਵਨੀਤ ਕੋਂਡਲ ਉਹਨਾਂ ਨੇ ਵੀ ਲੁਧਿਆਣਾ ਦੀ ਜਿਹੜੀ ਪੁਲਿਸ ਦੀ ਵੈਬਸਾਈਟ ਹੈ ਉਹਦੇ ਉੱਤੇ ਆਪਣਾ ਇੱਕ ਕਲੈਰੀਫਿਕੇਸ਼ਨ ਵੀ ਦਿੱਤਾ ਹੈ ਕਿ ਅਸੀਂ ਕਦੀ ਵੀ ਕਲੇਮ ਨਹੀਂ ਕੀਤਾ ਕਿ ਇਹ ਖਾਲਿਸਤਾਨ ਦੇ ਝੰਡੇ ਹੈ। ਅਸੀਂ ਸਿਰਫ ਇਹ ਕਲੇਮ ਕੀਤਾ ਸੀ ਕਿ ਜਿਹੜੇ ਤੇਜਿੰਦਰਪਾਲ ਸਿੰਘ ਗਿੱਲ ਦੇ ਫੋਨ ਦੇ ਵਿੱਚੋਂ ਜਿਹੜੀ ਰਿਕਵਰੀਆਂ ਹੋਈਆਂ ਜਾਂ ਜਿਹੜੀ ਫੋਟੋ ਮਿਲੀ, ਉਹਨਾਂ ਫੋਟੋ ਨੂੰ ਅਸੀਂ ਦੱਸਿਆ ਜ਼ਰੂਰ ਸੀਗਾ ਕਿ ਇਹ ਝੰਡੇ, ਇਹ ਫੇਕ ਇਹ ਜਿਹੜੀ ਕਰੰਸੀ ਖਾਲਿਸਤਾਨ ਦੀ ਜਾਂ ਹੋਰ ਚੀਜ਼ਾਂ ਉਹਦੇ ਨਿਕਲ ਕੇ ਆਈ ਸੀ। ਹੁਣ ਇਹ ਨੋਟਿਸ ਤੇ ਦੇ ਦਿੱਤਾ। 10 YouTube ਚੈਨਲਾਂ ਨੂੰ ਵੀ ਇਹ ਨੋਟਿਸ ਗਿਆ ਹੈ। ਉਹਦੇ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਨੇ ਵੀ ਉਹਨਾਂ ਝੰਡਿਆਂ ਨੂੰ ਖਾਲਿਸਤਾਨ ਦੇ ਝੰਡੇ ਦੇ ਤੌਰ ਤੇ ਅੱਗੇ ਪੇਸ਼ ਕੀਤਾ। ਨੋਟਿਸ ਦੇ ਦਿੱਤਾ ਗਿਆ। ਲੀਗਲ ਟੀਮ ਐਸਜੀਪੀਸੀ ਨੇ ਡਿਬਰੂਗੜ੍ਹ ਵੀ ਭੇਜੀ ਹੋਈ ਹੈ ਔਰ ਉਸ ਡਿਬਰੂਗੜ੍ਹ ਦੀ ਟੀਮ ਦੇ ਵਿੱਚ ਜਿਹੜੇ ਦੀਪ ਸਿੱਧੂ ਹੈ, ਉਹਦੇ ਭਰਾ ਮਨਦੀਪ ਸਿੱਧੂ ਬਤੌਰ ਵਕੀਲ ਵੀ ਗਏ ਹੋਏ ਨੇ। ਹੁਣ ਉਹ ਮਨਦੀਪ ਸਿੱਧੂ ਪਹਿਲੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਦੇ ਨਾਲ ਆਪਣੇ ਕਿਸੇ ਲਿੰਕ ਨੂੰ ਨਾ ਹੋਣ ਦੀ ਗੱਲ ਕਰਦੇ ਸੀ, ਪਰ ਹੁਣ ਪੈਰਵੀ ਕਰਨ ਵਾਸਤੇ ਉਹ ਐਸਜੀਪੀਸੀ ਦੇ ਪੈਨਲ ਦੇ ਵਿੱਚ ਸ਼ਾਮਲ ਹੋ ਕੇ ਡਿਬਰੂਗੜ੍ਹ ਗਏ ਹੋਏ ਨੇ। ਡਿਬਰੂਗੜ੍ਹ ਅੱਜ ਪਪਲਪ੍ਰੀਤ ਵੀ ਪਹੁੰਚ ਜਾਏਗਾ। ਮੈਨੂੰ ਲੱਗਦਾ ਵਕੀਲਾਂ ਦੀ ਟੀਮ ਪਹਿਲੇ ਹੀ ਬੈਠੀ ਹੋਈ ਹੈ ਐਸਜੀਪੀਸੀ ਦੀ, ਉੱਥੇ ਵੀ ਇਹਨਾਂ ਕੇਸਿਸ ਨੂੰ ਕਿਸ ਤਰੀਕੇ ਨਾਲ ਅੱਗੇ ਤੋੜਦੀ ਹੈ। ਔਰ ਜਿਹੜਾ ਚਾਚਾ ਜੀ ਸੀਗੇ ਹਰਜੀਤ ਸਿੰਘ, ਉਹਨਾਂ ਨੇ ਐਨਐਸਏ ਦੇ ਅਗੇਂਸਟ ਐਡਵਾਈਜ਼ਰੀ ਬੋਰਡ ਦੇ ਵਿੱਚ ਆਲਰੇਡੀ ਕੇਸ ਪਾਇਆ। ਉਹਦੇ ਵਿੱਚ ਵੀ ਬੜੀ ਛੇਤੀ ਸੁਣਵਾਈ ਹੋਣੀ ਹੈ ਔਰ ਐਦਾਂ ਦੇ ਕਈ ਕੇਸ ਐਡਵਾਈਜ਼ਰੀ ਬੋਰਡ ਦੇ ਵਿੱਚ ਪਾਏ ਜਾ ਸਕਦੇ ਨੇ, ਕਿਉਂਕਿ ਜੋ ਵਿਅਕਤੀ ਐਨਐਸਏ ਦੇ ਵਿੱਚ ਬੁੱਕ ਕੀਤਾ ਹੋਏ ਉਹਨੂੰ ਇੱਕ ਰਾਈਟ ਹੁੰਦਾ ਹੈ ਕਿ ਐਡਵਾਈਜ਼ਰੀ ਬੋਰਡ ਦੇ ਵਿੱਚ ਆਪਣੇ ਕੇਸ ਨੂੰ, ਆਪਣੀ ਬੇਗੁਨਾਹੀ ਨੂੰ ਸਾਬਿਤ ਕਰਨ ਵਾਸਤੇ ਉਹ ਆਪਣੇ ਖਿਲਾਫ ਲਾਏ ਹੋਏ ਚਾਰजेस ਤੋਂ ਇਨਕਾਰ ਕਰ ਸਕਦਾ ਹੈ। ਪਰ ਐਡਵਾਈਜ਼ਰੀ ਬੋਰਡ ਕਿਸ ਤਰੀਕੇ ਨਾਲ ਉਹਨਾਂ ਮੁੱਦਿਆਂ ਦੇ ਉੱਤੇ ਅੱਗੇ ਵਧਦਾ ਹੈ, ਇਹ ਵੀ ਦੇਖਣ ਵਾਲੀ ਗੱਲ ਹੈਗੀ ਹੈ। ਪਰ ਫਿਲਹਾਲ ਪਪਲਪ੍ਰੀਤ ਦਾ ਕਿੱਸਾ ਪੰਜਾਬ ਤੋਂ ਹਟ ਕੇ ਹੁਣ ਡਿਬਰੂਗੜ੍ਹ ਚਲਾ ਗਿਆ, ਪਰ ਪਪਲਪ੍ਰੀਤ ਨਾਲ ਪੁੱਛਗਿੱਛ ਦੇ ਕੁਝ ਹਿੱਸੇ ਲਗਾਤਾਰ ਨਸ਼ਰ ਹੁੰਦੇ ਰਹਿਣਗੇ। ਅੰਮ੍ਰਿਤਪਾਲ ਕਿੱਥੇ ਹੈ, ਇਸ ਮੁੱਦੇ ਦੇ ਉੱਤੇ ਹੁਣ ਜ਼ਿਆਦਾ ਗੱਲ ਪੰਜਾਬ ਦੇ ਵਿੱਚ ਹੋਏਗੀ। ਇੰਦਰਪ੍ਰੀਤ ਜੀ, ਜਿਹੜੇ ਦੀਪ ਸਿੱਧੂ ਦੇ ਭਰਾ ਨੂੰ ਇਸ ਪੈਨਲ ਦੇ ਵਿੱਚ ਐਸਜੀਪੀਸੀ ਵੱਲੋਂ ਪਾਇਆ ਜਾਣਾ, ਕਿਉਂਕਿ ਤੁਹਾਨੂੰ ਯਾਦ ਹੋਵੇ ਕਿ ਦੀਪ ਸਿੱਧੂ ਹੀ ਵਾਰਸ ਪੰਜਾਬ ਦਾ ਜਥੇਬੰਦੀ ਦੇ ਪਹਿਲੇ ਮੁਖੀ ਸੀ ਔਰ ਇਸ ਤੋਂ ਬਾਅਦ ਅੰਮ੍ਰਿਤਪਾਲ ਨੇ ਇੱਕ ਨਵੀਂ ਤਰ੍ਹਾਂ ਦੀ ਰਜਿਸਟ੍ਰੇਸ਼ਨ ਵੀ ਕਰਾਈ। ਹੁਣ ਇਹ ਮਾਮਲੇ ਨੂੰ ਸ਼੍ਰੋਮਣੀ ਕਮੇਟੀ ਕਿਸ ਤਰੀਕੇ ਨਾਲ ਨਜਿੱਠ ਰਹੀ ਹੈ, ਇਹ ਵੀ ਸਵਾਲ ਆ। ਦੂਜੀ ਗੱਲ ਜਿਹੜੀ ਇਹਦੇ ਵਿੱਚ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਹੈ ਕਿ ਆਖਰ ਜਦੋਂ ਇਹ ਸਾਰੇ ਮਾਮਲੇ ਇਦਾਂ ਐਡਰੈਸ ਹੋ ਰਹੇ ਆ ਤਾਂ ਇਹਨਾਂ ਦਾ ਕਲੋਜ਼ਰ ਆਪਾਂ ਕਿੱਥੇ ਦੇਖ ਰਹੇ ਹਾਂ? ਦੇਖੋ, ਮਤਲਬ ਇਸ ਟਾਈਮ ਮੈਨੂੰ ਇਹ ਲੱਗਦਾ ਕਿ ਇਹ ਮਾਮਲੇ ਥੋੜਾ ਪੋਲੀਟੀਕਲ ਵੀ ਹੈਗੇ ਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇਖੋ ਇਸ ਟਾਈਮ ਹਾਸ਼ੀਏ ਤੇ ਹੈ। ਉਹਦਾ ਜਿਹੜਾ ਕੋਰਸ ਪੰਥਕ ਵੋਟ ਹੈ ਉਸ ਤੋਂ ਛਿਟਕ ਗਿਆ। ਤਾਂ ਮੈਨੂੰ ਲੱਗਦਾ ਕਿ ਜੇ ਇਸ ਤਰ੍ਹਾਂ, ਔਰ ਅਗਰ ਉਹ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਨਹੀਂ ਨਜਿੱਠਦੇ, ਤੁਸੀਂ ਦੇਖੋ ਸੁਖਬੀਰ ਬਾਦਲ ਹੋਰਾਂ ਨੇ ਜਾਂ ਉਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ, ਸਭ ਨੇ ਇਹ ਕਿਹਾ ਕਿ ਜਿਹੜੇ ਵੀ ਬੰਦੇ ਪਕੜੇ ਗਏ ਆ, ਉਦੋਂ ਤਾਂ 200-250 ਤੋਂ ਉੱਪਰ ਪਕੜੇ ਸੀ ਇਹਨਾਂ ਨੇ, ਜਿਨ੍ਹਾਂ ਨੂੰ ਬਾਅਦ ਚ ਛੱਡਤਾ, ਉਹਨਾਂ ਦੇ ਕੇਸਾਂ ਦੀ ਪੈਰਵੀ ਉਹ ਕਰਨਗੇ। ਇਹਦੇ ਵਿੱਚ ਜਿਹੜੇ ਹੁਣ ਡਿਬਰੂਗੜ੍ਹ ਗਏ ਆ ਖਾਸ ਤੌਰ ਤੇ, ਉਹਦੇ ਬਾਰੇ ਵੀ ਇਹੀ ਸੀ ਕਿ ਉਹ ਬਹੁਤ ਸਾਰੇ ਗਰੀਬ ਘਰਾਂ ਦੇ ਬੱਚੇ ਵੀ ਹੈ ਉਹਦੇ ਵਿੱਚ, ਉਹਨਾਂ ਨੂੰ ਤਾਂ ਮਤਲਬ ਲੀਗਲ ਏਡ ਮਿਲਣੀ ਹੀ ਚਾਹੀਦੀ ਹੈ। ਤੇ ਉਹ ਜਿਹੜੀ ਕੋਰ ਕਮੇਟੀ ਦੀ ਪਿੱਛੇ ਜੇ ਮੀਟਿੰਗ ਵੀ ਹੋਈ ਸੀ ਅਕਾਲੀ ਦਲ ਦੀ, ਉਸ 'ਚ ਵੀ ਇਹ ਕਿਹਾ ਗਿਆ ਸੀ ਐਸਜੀਪੀਸੀ ਦੇ ਪ੍ਰਧਾਨ ਨੂੰ ਕਿ ਤੁਸੀਂ ਇਹ ਕੇਸ ਜਿਹੜੇ ਹੈਗੇ ਆ ਉਹ ਐਸਜੀਪੀਸੀ ਵੱਲੋਂ ਮਤਲਬ ਉਹਨਾਂ ਨੂੰ ਮਦਦ ਦਿਓ। ਤਾਂ ਮੈਨੂੰ ਲੱਗਦਾ ਕਿ ਇਹ ਉਸ ਤਰ੍ਹਾਂ ਦੀ ਮਦਦ ਦਿੱਤੀ ਜਾ ਰਹੀ ਹੈ ਬੱਚਿਆਂ ਨੂੰ, ਤਾਂ ਕਿ ਅਗਰ ਕੋਈ ਉਹਨਾਂ ਦਾ ਦੇਖੋ ਡਿਬਰੂਗੜ੍ਹ ਇੱਥੇ ਨੇੜੇ ਤੇੜੇ ਤਾਂ ਨਹੀਂ, ਉਹ ਦੂਜਾ ਕਾਲਾ ਪਾਣੀ ਬਣ ਗਿਆ, ਇੱਥੋਂ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਹੈ। ਇਹ ਜਿਹੜੇ ਗਰੀਬ ਘਰਾਂ ਦੇ ਜਿਹੜੇ ਪੇਰੈਂਟਸ ਹੈਗੇ ਆ, ਇਹ ਕਿੱਥੋਂ ਜਾ ਸਕਦੇ ਆ, ਉਹਨਾਂ ਨਾਲ ਤੇ ਉੱਥੇ ਕਿਵੇਂ ਨਜਿੱਠਣਗੇ, ਇਹਦਾ ਵੀ ਅਜੇ ਕੋਈ ਪਤਾ ਨਹੀਂ ਹੈ। ਇਹਦੇ ਵਿੱਚ ਮੈਨੂੰ ਇੱਕ ਹੋਰ ਵੀ ਚੀਜ਼ ਅਜੇ ਮੈਨੂੰ ਕਾਨੂੰਨੀ ਇਹਦਾ ਨੁਕਤਾ ਨਹੀਂ ਪਤਾ ਕਿ ਕੀ ਹੋਊਗਾ, ਕਿ ਜਿਹੜੇ ਇਹਦੇ ਕੇਸ ਨੇ ਉਹ ਕਿੱਥੇ ਚੱਲਣੇ ਆ, ਕਿ ਉਹ ਇੱਥੇ ਪੰਜਾਬ 'ਚ ਕਿਉਂਕਿ ਫੜੇ ਹੋਏ ਨੇ ਪੰਜਾਬ 'ਚ ਚੱਲਣੇ ਨੇ ਜਾਂ ਡਿਬਰੂਗੜ੍ਹ ਚੱਲਣੇ ਨੇ, ਕਿਉਂਕਿ ਉਹ ਬੰਦੇ ਤਾਂ ਡਿਬਰੂਗੜ੍ਹ ਰੱਖੇ ਹੋਏ ਨੇ, ਕਿ ਬਾਰ-ਬਾਰ ਉਹਨਾਂ ਨੂੰ ਇੱਥੇ ਲਿਆਇਆ ਜਾਏਗਾ ਜਾਂ ਵੀਡੀਓ ਕਾਨਫਰੰਸਿੰਗ ਨਾਲ ਉਹ ਕੀਤੇ ਜਾਣਗੇ। ਇਹ ਬਹੁਤ ਸਾਰੇ ਸਵਾਲ ਨੇ ਇਹਦੇ ਵਿੱਚ ਕਿ ਕਿਸ ਤਰ੍ਹਾਂ ਹੋਣਗੇ। ਤਾਂ ਮੈਨੂੰ ਲੱਗਦਾ ਕਿ ਹਜੇ ਲੜਾਈ ਇਸ 'ਚ ਲੰਬੀ ਹੈ, ਹਜੇ ਛੋਟੀ ਲੜਾਈ ਨਹੀਂ ਹੈ, ਲੰਬੀ ਲੜਾਈ ਹੈ। ਇਹਨੂੰ ਨਜਿੱਠਣਾ ਵੀ ਕੋਈ ਸੌਖਾ ਕੰਮ ਨਹੀਂ ਹੋਊਗਾ, ਮੈਨੂੰ ਲੱਗ ਰਿਹਾ। ਇਹਦਾ ਕਲੋਜ਼ਰ ਸਿਆਸੀ ਤੌਰ ਤੇ ਮੈਨੂੰ ਲੱਗਦਾ ਇਹ
ਹੋਣ ਵਾਲਾ ਨਹੀਂ ਛੇਤੀ, ਕਿਉਂਕਿ ਇਹ ਜੀ, ਮੁੱਦਾ ਨਹੀਂ ਹੋਏਗਾ, ਸਿਆਸਤ ਵਿੱਚ ਬਿਲਕੁਲ। ਕੰਮ ਆਉਣ ਵਾਲਾ ਹੈ ਤੇ ਇਹ ਇਦਾਂ ਹੀ ਚੱਲਦਾ ਰਹੂਗਾ। ਫਿਲਹਾਲ ਤੁਸੀਂ ਗੱਲ ਬੱਚਿਆਂ ਦੀ ਕੀਤੀ ਆ, 18 ਸਾਲ ਤੋਂ ਘੱਟ ਉਮਰ ਦਾ ਸ਼ਾਇਦ ਕੋਈ ਵੀ ਨਹੀਂ ਹੈ, ਲੇਕਿਨ ਅਸੀਂ ਆਮ ਤੌਰ ਤੇ 25 ਦੇ ਜਿਹੜੇ ਆਸ-ਪਾਸ ਵਾਲਾ ਹਾਂ, ਜਿਹੜੇ ਉਹ 200 ਪਹਿਲਾਂ ਪਕੜੇ ਸੀ ਨਾ, ਉਹਨਾਂ 'ਚ 4 ਬੱਚੇ ਵੀ ਹੈਗੇ ਸੀਗੇ। ਜੀ ਉਹ ਮੇਰੇ ਖਿਆਲ ਉਹਨਾਂ ਨੂੰ ਛੱਡ ਤਾਂ ਤੇ ਗਏ। ਛੋੜਤਾ ਜੀ ਹਾਂ, ਛੱਡ ਉਹਨਾਂ ਨੂੰ ਤੇ ਛੋੜਤਾ। ਗਏ। ਜੀ ਜੀ। ਔਰ ਆਪਾਂ ਅੱਗੇ ਚੱਲਦੇ ਹਾਂ। ਤੁਹਾਡੀ ਆਪਾਂ ਭਾਸਕਰ ਸਾਹਿਬ ਵੱਲ ਜਾਣਾ ਹੈ। ਚਰਨਜੀਤ ਸਿੰਘ ਚੰਨੀ ਵਾਲਾ ਮਾਮਲਾ ਲੈ ਕੇ ਵਿਜੀਲੈਂਸ ਨੇ ਆਖਰਕਾਰ ਸੱਦ ਹੀ ਲਿਆ, ਪਰ ਮੈਂ ਉਸ ਤੋਂ ਪਹਿਲਾਂ ਪੰਜਾਬ ਦੇ ਐਡਵੋਕੇਟ ਜਨਰਲ ਵਾਲਾ ਮਾਮਲਾ ਇੰਦਰਪ੍ਰੀਤ ਜੀ ਤੋਂ ਲੈਣਾ। ਇੰਦਰਪ੍ਰੀਤ ਜੀ, ਵਿਨੋਦ ਕਈ ਸਾਹਿਬ ਦੀਆਂ ਮੁਸ਼ਕਲਾਂ ਅਚਨਚੇਤ ਇੱਕ ਵੀਡੀਓ ਨਾਲ ਵੱਧ ਜਾਂਦੀਆਂ। ਉੱਤੋਂ ਪ੍ਰਤਾਪ ਸਿੰਘ ਬਾਜਵਾ ਆ ਨਹੀਂ ਵੇਖਦੇ ਤਾਂ ਨਹੀਂ ਵੇਖਦੇ, ਝੱਟ ਗਵਰਨਰ ਨੂੰ ਚਿੱਠੀ ਕੱਢ ਮਾਰਦੇ ਆ ਵੀ ਇਹ ਨੈਤਿਕ ਆਧਾਰ ਤੇ ਵੇਖੋ ਜਰਾ ਕੀ ਹੋ ਰਿਹਾ, ਕਰੋ ਬਰਖਾਸਤ, ਕਹੋ ਸਰਕਾਰ ਨੂੰ ਦਿਓ ਆਦੇਸ਼ ਕਿ ਬਰਖਾਸਤ ਕਰੋ। ਹੁਣ ਇਹ ਮਾਮਲੇ ਨੂੰ ਤੁਸੀਂ ਦੇਖਿਆ, ਤੁਸੀਂ ਉਹ ਵੀਡੀਓ ਵੀ ਸੁਣੀ ਆ, ਕੱਲ ਅਸੀਂ ਜ਼ਿਕਰ ਵੀ ਕੀਤਾ ਸੀ ਸਰਦਾਰ ਹਮੀਰ ਸਿੰਘ ਨੇ, ਸਰਦਾਰ ਜਗਤਾਰ ਸਿੰਘ ਨੇ, ਪਰ ਇੱਕ ਵਾਰੀ ਤੁਸੀਂ ਇਹਨੂੰ ਜਿਸ ਤਰੀਕੇ ਨਾਲ ਸਮਝਿਆ, ਕਿਉਂਕਿ ਸਰਕਾਰ ਤਾਂ ਚੁੱਪ ਵੱਟ ਗਈ। ਸਰਕਾਰ ਕਹਿੰਦੀ ਹੈ ਸਾਡੇ ਕੋਲ ਕੋਈ ਕੰਪਲੇਂਟ ਹੋਵੇ, ਕੋਈ ਸ਼ਿਕਾਇਤ ਹੋਵੇ ਤਾਂ ਕਾਰਵਾਈ ਕਰੀਏ। ਅਸਤੀਫੇ ਦਾ ਰੌਲਾ ਪੈ ਕੇ ਆਪਣੀ ਮੌਤ ਤੇ ਆਪੇ ਮਰ ਗਿਆ। ਹੁਣ ਅੱਜ ਇਹਦੇ ਤੇ ਸਿਆਸਤ ਹੋਊਗੀ ਜਲੰਧਰ ਦੇ ਵਿੱਚ ਵੀ, ਤੁਸੀਂ ਦੱਸੋ ਇਹਨੂੰ ਕਿਵੇਂ ਸਮਝਿਆ? ਰੰਧਾਵਾ ਸਾਹਿਬ, ਦੇਖੋ, ਮੈਂ ਕੱਲ ਇਹ ਵੀਡੀਓ ਪੂਰਾ ਸੁਣਿਆ, 32 ਮਿੰਟ ਦਾ ਵੀਡੀਓ ਹੈ, ਔਰ ਜਿਸ ਤਰ੍ਹਾਂ ਦਾ ਬਣਾਇਆ ਹੋਇਆ ਔਰ ਜਿਸ ਤਰ੍ਹਾਂ ਦੇ ਸੀਰੀਅਸ ਐਲੀਗੇਸ਼ਨਸ ਲਗਾਏ ਹੋਏ ਹੈ, ਉਹ ਤਾਂ ਮੈਨੂੰ ਏਦਾਂ ਲੱਗਦਾ ਹੈ ਕਿ ਕੋਈ ਵੀ ਵਿਅਕਤੀ ਹੋਵੇ, ਉਹ ਇਹ ਦੇਖੋ, ਐਡਵੋਕੇਟ ਜਨਰਲ ਦਾ ਤਾਂ ਇੱਕ ਬਹੁਤ ਵੱਡਾ ਅਹੁਦਾ ਹੈਗਾ, ਲੇਕਿਨ ਕੋਈ ਵੀ ਵਿਅਕਤੀ ਕਿਸੇ ਵੀ ਪਦ ਤੇ ਬੈਠਾ ਹੋਵੇ, ਮੈਨੂੰ ਤਾਂ ਲੱਗਦਾ ਕਿ ਉਸੇ ਟਾਈਮ ਉਹਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀਗਾ। ਪਰ ਇੱਥੇ ਬੜਾ ਮਤਲਬ ਹਾਸਿਆਸਪਦ ਹੈ ਕਿ ਬੰਦੇ ਚੀਫ ਮਿਨਿਸਟਰ ਕੋਲ ਜਾ ਰਹੇ ਆ ਔਰ ਸੀਐਮ ਆਫਿਸ ਦੇ ਨਾਲ ਜਿਹੜੇ ਹੋਰ ਜੁੜੇ ਹੋਏ ਉੱਚ ਅਧਿਕਾਰੀ ਨੇ, ਉਹ ਕਹਿ ਰਹੇ ਆ ਕਿ ਸਾਡੇ ਕੋਲ ਤਾਂ ਕੋਈ ਕੰਪਲੇਂਟ ਹੀ ਨਹੀਂ ਆਈ, ਜੇ ਕੰਪਲੇਂਟ ਆਏਗੀ ਤਾਂ ਅਸੀਂ ਕਾਰਵਾਈ ਕਰਾਂਗੇ। ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਜਦੋਂ ਕੋਈ ਮਰਡਰ ਹੋ ਜਾਂਦਾ ਹੈ ਤਾਂ ਕੀ ਕੋਈ ਕੰਪਲੇਂਟ ਕਰਦਾ ਵੀ ਉੱਥੇ ਮਰਡਰ ਹੋ ਗਿਆ? ਪੁਲਿਸ ਆਪਣੇ ਆਪ ਹੀ ਜਾਂਦੀ ਹੈ ਨਾ ਕਿ ਨੈਤਿਕਤਾ ਦੇ ਆਧਾਰ ਤੇ ਕੋਈ, ਇਹ ਤਾਂ ਨੈਤਿਕ ਮਰਡਰ ਹੋ ਗਿਆ ਇਹਨਾਂ ਦਾ। ਮਤਲਬ ਜਿਸ ਤਰ੍ਹਾਂ ਦੇ ਸੀਰੀਅਸ ਐਲੀਗੇਸ਼ਨ ਨੇ, ਵੀਡੀਓਜ਼, ਆਡੀਓਜ਼ ਔਰ ਸਭ ਕੁਝ ਹੈਗਾ, ਉਹ ਠੀਕ ਹੈ, ਇਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਵੀ ਅਦਾਲਤਾਂ ਦੇ ਵਿੱਚੋਂ ਕਿਹੜਾ ਸਬੂਤ ਕਿਸ ਤਰ੍ਹਾਂ ਲਿਆ ਜਾਂਦਾ ਹੈ, ਪਰ ਉਹ ਸੀਰੀਅਸ ਤਾਂ ਹੈ ਹੀ ਹੈ ਨਾ ਜੀ। ਔਰ ਐਡਵੋਕੇਟ ਜਨਰਲ ਜਿਹੜਾ ਹੈਗਾ ਪੰਜਾਬ ਸਰਕਾਰ ਦਾ ਕਾਨੂੰਨੀ ਉਹ ਹੁੰਦਾ ਜਿਹੜਾ ਹਰ ਗੱਲ ਤੇ ਸਲਾਹ ਦਿੰਦਾ ਹੈ, ਤੇ ਇਹ ਐਡਵੋਕੇਟ ਜਨਰਲ ਜਿਹੜੇ ਇੱਥੇ ਮਤਲਬ ਕੱਲ ਦੇ ਬੈਠੇ ਹੈ, ਮੈਨੂੰ ਲੱਗਦਾ ਕਿ ਉਹਨਾਂ ਨੂੰ ਤਾਂ ਆਪਣੇ ਆਪ ਹੀ ਅਸਤੀਫਾ ਦੇਣਾ ਚਾਹੀਦਾ ਸੀ। ਅਗਰ ਉਹ ਸੱਚੇ ਹੈ ਤਾਂ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਇਨਕੁਆਇਰੀ ਕਰਾਓ ਲਓ ਇਹਦੀ, ਇਹ ਗਲਤ ਕਹਿ ਰਹੀ ਹੈ ਲੇਡੀ ਜਿਹੜੀ ਵੀ ਹੈਗੀ, ਮੇਰੇ ਅਕਸ ਨੂੰ ਖਰਾਬ ਕਰ ਰਹੀ ਹੈ, ਜੋ ਵੀ ਹੈ। ਲੇਕਿਨ ਨਾ ਤਾਂ ਪਰਸੋਂ ਦੇ ਉਹਨਾਂ ਨੂੰ ਟਰਾਈ ਕਰ ਰਹੇ, ਜਦ ਦਾ ਇਹ ਵੀਡੀਓ ਆਇਆ ਹੈਗਾ, ਸਾਡੇ ਜਿਹੜੇ ਲੀਗਲ ਕੋਰਸਪੋਂਡੈਂਟ ਨੇ ਜਾਂ ਹੋਰ ਨੇ, ਪਰਸੋਂ ਦੇ ਲਗਾਤਾਰ ਉਹਨਾਂ ਨੂੰ ਫੋਨ ਕਰ ਰਹੇ, ਕਿਸੇ ਨਾਲ ਵੀ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ, ਫੋਨ ਉਹਨਾਂ ਨੇ ਆਪਣੇ ਸਾਇਲੈਂਟ ਕੀਤੇ ਹੋਏ ਹੈ। ਸੋ ਉਸ ਦੇ ਪੱਖ ਤੋਂ ਮੇਰਾ ਤਾਂ ਸਿਰਫ ਇਹਦੇ ਵਿੱਚ ਇੱਕੋ ਹੀ ਉਹ ਹੈ ਕਿ ਕੀ ਐਡੇ ਵੱਡੇ ਅਹੁਦੇ ਤੇ ਬੈਠੇ ਵਿਅਕਤੀ ਦੀ ਨੈਤਿਕਤਾ ਹੁੰਦੀ ਹੈ ਕਿ ਨਹੀਂ ਹੁੰਦੀ। ਅਗਰ ਹੁੰਦੀ ਹੈ ਤਾਂ ਮੈਨੂੰ ਲੱਗਦਾ ਕਿ ਉਸ ਤੇ ਕਾਰਵਾਈ, ਉਹਨੂੰ ਅਸਤੀਫਾ ਦੇਣਾ ਚਾਹੀਦਾ ਸੀ। ਔਰ ਸਰਕਾਰ ਦੇ ਤੌਰ ਤੇ ਜਿਹੜੇ ਚੀਫ ਮਿਨਿਸਟਰ ਹੈ ਜਾਂ ਕੋਈ ਵੀ ਹੈ, ਉਹਨਾਂ, ਕਿਉਂਕਿ ਜੇ ਇਹ ਉਹਨਾਂ ਦਾ ਕੀ ਨਾਮ ਹੈ ਕਾਨੂੰਨੀ ਉਹ ਹੈ, ਕੈਬਨਿਟ ਦੇ ਵਿਧਾਨ ਸਭਾ ਦੇ ਵਿੱਚ ਸਿਰਫ ਇੱਕੋ ਹੀ ਵਿਅਕਤੀ ਹੈ ਜਿਹਨੂੰ ਵਿਧਾਨ ਸਭਾ ਦੇ ਅੰਦਰ ਬੈਠਣ ਦੀ ਇਜਾਜ਼ਤ ਹੈ। ਉਹ ਸਿਰਫ ਇਸ ਕਰਕੇ ਕਿ ਕਾਨੂੰਨੀ ਨਿਕਤੇ ਤੇ ਕੁਝ ਚੀਜ਼ਾਂ ਹੈਗੀਆਂ ਨੇ ਤਾਂ ਉਹ ਸਲਾਹ ਤੁਰੰਤ ਉਸੇ ਤਰ੍ਹਾਂ ਹੀ ਮੁੱਖ ਮੰਤਰੀ ਨੂੰ ਦੇ ਸਕੇ। ਉਹ ਵਿਅਕਤੀ ਜੇ ਮਤਲਬ ਦਾਗਦਾਰ ਹੋ ਗਿਆ ਤਾਂ ਮੁੱਖ ਮੰਤਰੀ ਨੇ ਹਜੇ ਤੱਕ ਉਹਨੂੰ ਹਟਾਇਆ ਕਿਉਂ ਨਹੀਂ? ਇਹ ਮੇਰੇ ਲਈ ਬਹੁਤ ਅਚਰਜ ਵਾਲੀ ਗੱਲ ਹੈ, ਮੈਨੂੰ ਬਹੁਤ ਹੈਰਾਨੀ ਹੈ ਇਸ ਚੀਜ਼ ਦੀ। ਦੇਖੋ, ਸਮਾਜਿਕ ਸਹਿਨਸ਼ੀਲਤਾ ਵੀ ਪਰਖੀ ਜਾਂਦੀ, ਚੈੱਕ ਕੀਤੀ ਜਾਂਦੀ। ਅਸੀਂ ਹੁਣ ਪੱਛਮ ਵਰਗੇ ਹੋਣ ਲਈ ਪਹਿਲੇ ਕਦਮ ਉਠਾ ਰਹੇ ਹਾਂ, ਨੰਬਰ 1। ਨੰਬਰ 2, ਜਿੰਨੀ ਵੀ ਤੁਹਾਡੀ ਗੱਲਬਾਤ ਹੈ, ਇਹਦਾ ਆਧਾਰ ਉਹ ਵੀਡੀਓ ਆ। ਕੀ ਵੀਡੀਓ ਦੀ ਭਰੋਸੇਯੋਗਤਾ ਚੈੱਕ ਕਰਵਾ ਲਈ ਗਈ? ਕਿਉਂਕਿ ਅਸੀਂ ਉਹਦੀ ਪੁਸ਼ਟੀ ਨਹੀਂ ਕਰ ਰਹੇ, ਉਸ ਆਡੀਓ ਦੀ, ਉਸ ਆਵਾਜ਼ ਦੀ, ਉਸ ਪਿਕਚਰ ਦੀ, ਉਸ ਐਲੀਗੇਸ਼ਨਸ ਨੂੰ ਅਸੀਂ ਬਿਲਕੁਲ ਪੁਸ਼ਟੀ ਨਹੀਂ ਕਰਦੇ। ਪਰ ਕਿਉਂਕਿ ਜਦੋਂ ਤੋਂ ਵੀਡੀਓ ਸਾਹਮਣੇ ਆਈ ਆ, ਸਰਕਾਰ ਦੇ ਇੱਕ ਅਹਿਮ ਅੰਗ ਦੇ ਖਿਲਾਫ ਹੈ, ਕੀ ਸਰਕਾਰ ਨੇ ਆਪਣੇ ਤੌਰ ਤੇ ਉਹਦੀ ਜਾਂਚ ਕਰਾਉਣ ਦੀ ਕੋਈ ਆਦੇਸ਼ ਜਾਰੀ ਕੀਤੇ ਆ? ਦੂਜੀ ਗੱਲ, ਕੀ ਐਡਵੋਕੇਟ ਜਨਰਲ ਨੇ ਕੋਈ ਐਪਲੀਕੇਸ਼ਨ ਮੂਵ ਕੀਤੀ ਆ ਇਹਦੇ ਖਿਲਾਫ ਉਹਦੀ ਜਾਂਚ ਕਰਾਉਣ ਲਈ? ਕੀ ਇਹਦੇ ਸੰਬੰਧੀ ਸੰਬੰਧਿਤ ਪੀੜਤ ਵੱਲੋਂ ਜਿਹੜੇ ਇਹ ਗੱਲ ਕਹਿ ਰਹੇ ਉਹਨਾਂ ਨੇ ਕੋਈ ਕੰਪਲੇਂਟ ਕੀਤੀ, ਕੋਈ ਸ਼ਿਕਾਇਤ ਕੀਤੀ? ਇਹ ਸਾਰੇ ਸਵਾਲ ਹਵਾ 'ਚ ਲਟਕ ਰਹੇ ਆ। ਮੁੱਢਲੇ ਤੌਰ ਤੇ ਅਸੀਂ ਇਹਦੀ ਪੁਸ਼ਟੀ ਬਿਲਕੁਲ ਨਹੀਂ ਕਰ ਰਹੇ ਕਿ ਉਹ ਸੱਚ ਹੈ ਕਿ ਝੂਠ ਹੈ, ਪਰ ਏਜੀ ਸਾਹਿਬ ਦੀ ਚੁੱਪ ਤੇ ਸਰਕਾਰ ਦਾ ਖਾਮੋਸ਼ ਹੋ ਜਾਣਾ, ਇਹ ਦੋ ਚੀਜ਼ਾਂ ਸ਼ੱਕ ਨੂੰ ਵਧਾ ਰਹੀਆਂ ਨੇ। ਭਾਸਕਰ ਸਾਹਿਬ ਕੁਝ ਕਹਿਣਾ ਚਾਹ ਰਹੇ ਆ। ਇਸ ਤੋਂ ਬਾਅਦ ਆਪਾਂ ਚੰਨੀ ਵਾਲਾ ਮਾਮਲਾ ਵੀ ਭਾਸਕਰ ਸਾਹਿਬ ਨਾਲ ਹੀ ਲੈ ਲਈਏ। ਬ੍ਰਹਮਿੰਦਰਾ ਵੀ ਕੱਲ ਗਏ ਸੀ।
ਆਪੋਜੀਸ਼ਨ ਪਾਰਟੀ ਯਾਨੀ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਵੀ ਕੱਲ ਗਵਰਨਰ ਸਾਹਿਬ ਨੂੰ ਇਹ ਚਿੱਠੀ ਲਿਖਦੇ ਨੇ। ਉਸ ਚਿੱਠੀ ਦੇ ਵਿੱਚ ਬੜੀ ਸਫਾਈ ਨਾਲ ਉਹ ਇਹ ਗੱਲ ਕਹਿੰਦੇ ਨੇ, ਜੇ ਇਹ ਵੀਡੀਓ ਸੱਚੀ ਹੈ, ਜੇ ਇਹ ਐਲੀਗੇਸ਼ਨ ਸੱਚੇ ਹੈ, ਤੇ ਫਿਰ ਸੀਬੀਆਈ ਪ੍ਰੋਬ ਤੋਂ ਲੈ ਕੇ ਔਰ ਇਮੀਡੀਏਟਲੀ ਕਨਸਟੀਟਿਊਸ਼ਨਲ ਪੋਸਟ ਦੇ ਵਿੱਚ ਜਿਹੜੇ ਏਜੀ ਸਾਹਿਬ ਬੈਠੇ ਨੇ ਉਹਨਾਂ ਤੋਂ ਰੈਜ਼ਿਗਨੇਸ਼ਨ ਲੈ ਲੈਣਾ ਚਾਹੀਦਾ। ਰੰਧਾਵਾ ਜੀ, ਅਤੁਲ ਨੰਦਾ, ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਟਾਈਮ ਜਦ ਹੁੰਦੇ ਸੀਗੇ ਐਡਵੋਕੇਟ ਜਨਰਲ, ਉਸ ਤੋਂ ਬਾਅਦ ਚੰਨੀ ਉਹਨਾਂ ਦੇ ਟਾਈਮ ਤੋਂ ਲੈ ਕੇ ਹੁਣ ਤੱਕ ਏਜੀ ਦੀ ਕੁਰਸੀ ਇੱਕ ਮਿਊਜ਼ੀਕਲ ਚੇਅਰ ਟਾਈਪ ਦੇ ਤੌਰ ਤੇ ਉਭਰੀ ਹੈ। ਯਾਨੀ ਇੱਕ ਵੀ ਬੰਦਾ ਇੱਥੇ ਟਿਕ ਨਹੀਂ ਸਕਿਆ। ਕਾਰਨ ਕਿ ਜਦ ਚੰਨੀ ਉਹਨਾਂ ਮੁੱਖ ਮੰਤਰੀ ਬਣਦੇ ਨੇ, ਦਿਓਲ ਸਾਹਿਬ ਨੂੰ ਬਣਾਉਂਦੇ ਨੇ ਏਜੀ, ਉਹਦੇ ਉੱਤੇ ਸਿੱਧੂ ਸਾਹਿਬ ਬੜਾ ਰੋਲਾ ਪਾ ਦਿੰਦੇ ਨੇ, ਰੈਜ਼ਿਗਨੇਸ਼ਨ ਤੱਕ ਦੇ ਦਿੰਦੇ ਨੇ। ਬਾਅਦ ਚੋਂ ਪਟਵਾਲੀਆ ਸਾਹਿਬ ਨੂੰ ਬਣਾਇਆ ਜਾਂਦਾ ਹੈ, ਜਿਨ੍ਹਾਂ ਨੂੰ ਕੋਰਟਾਂ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਡਰੱਗ ਦੇ ਮਾਮਲੇ ਦੇ ਵਿੱਚ ਪਹਿਲੇ ਤੁਸੀਂ ਸੁੱਤੇ ਸੀ, ਉਹ ਇਹ ਮੰਨਦੇ ਨੇ ਕਿ ਹਾਂਜੀ ਸੁੱਤੇ ਸੀਗੇ, ਹੁਣ ਜਾਗ ਗਏ ਆ, ਉਹ ਵੀ ਚਲੇ ਜਾਂਦੇ ਨੇ। ਉਸ ਤੋਂ ਬਾਅਦ ਅਨਮੋਲ ਰਤਨ ਸਿੱਧੂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਬਣਾਏ ਜਾਂਦੇ ਨੇ ਏਜੀ, ਉਹ ਵੀ ਅਪਾਇੰਟਮੈਂਟ ਨੂੰ ਲੈ ਕੇ ਆਪਣੇ ਦਫ਼ਤਰ ਦੇ ਵਿੱਚ ਜਿਹਨੂੰ ਰੱਖਣਾ ਹੈ ਉਸ ਮੁੱਦੇ ਤੋਂ ਲੈ ਕੇ ਉਹ ਵੀ ਰੈਜ਼ਿਗਨੇਸ਼ਨ ਦੇ ਦਿੰਦੇ ਨੇ। ਵਿਨੋਦ ਕਈ ਉਹਨਾਂ ਦਾ ਨੰਬਰ ਆਉਂਦਾ, ਹੁਣ ਉਹ ਵੀ ਇੱਕ ਕੰਟਰੋਵਰਸੀ ਦੇ ਵਿੱਚ ਨਜ਼ਰ ਆਉਂਦੇ ਨੇ। ਅਗਲਾ ਨੰਬਰ ਕਿੱਦਾਂ ਆਏਗਾ, ਇਹ ਵੀ ਗੱਲਾਂ ਤੁਰ ਪਈ ਹੈ। ਹੁਣ ਚਿਰਾਗ ਲੈ ਕੇ ਢੂੰਡਣਾ ਪੈਣਾ ਏਜੀ, ਕਿਉਂਕਿ ਬਹੁਤ ਸਾਰੇ ਬੰਦੇ ਅਪਰੋਚ ਕਰ ਰਹੇ ਨੇ। ਹੁਣ ਵਿਨੋਦ ਕਈ ਉਹਨਾਂ ਮੁਸੀਬਤ ਦੇ ਵਿੱਚ ਤੇ ਹੈਗੇ ਨੇ, ਉਹ ਇਸ ਮੁੱਦੇ ਦੇ ਉੱਤੇ ਕਾਨੂੰਨੀ ਤੌਰ ਤੇ ਕਿੱਦਾਂ ਰਿਐਕਟ ਕਰਦੇ ਨੇ, ਕਿਉਂਕਿ ਸਰਕਾਰਾਂ ਦੇ ਕੇਸਿਸ ਨੂੰ ਕੋਰਟਾਂ ਦੇ ਵਿੱਚ ਉਹੀ ਦੇਖਦੇ ਨੇ। ਔਰ ਉਹ ਉਸ ਲੇਡੀ ਨੇ, ਉਸ ਕੁੜੀ ਨੇ ਵੀਡੀਓ ਦੇ ਵਿੱਚ ਵੀ ਇਹ ਇਲਜ਼ਾਮ ਲਾਇਆ ਕਿ ਬੜੇ ਪਾਵਰਫੁਲ ਹੈ ਨਾ, ਸਾਡੇ ਪਰਿਵਾਰ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ਇਹ ਇੱਕ ਬੜਾ ਸੀਰੀਅਸ ਮਾਮਲਾ ਹੈ ਔਰ ਇਹਦੇ ਉੱਤੇ ਸਰਕਾਰ ਸਿਰਫ ਇਹ ਗੱਲ ਕਹਿ ਕੇ ਨਹੀਂ ਬਚ ਸਕਦੀ ਵੀ ਸਾਡੇ ਕੋਲ ਕੋਈ ਕੰਪਲੇਂਟ ਨਹੀਂ। ਹੁਣ ਕੰਪਲੇਂਟ ਤੇ ਅਮਿਤ ਰਤਨ ਕੋਟ ਫੱਤਾ ਦੀ ਸੀਗੀ, ਤਦ ਵੀ ਤੁਸੀਂ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਚੋਂ ਤੁਹਾਨੂੰ ਫੜਨਾ ਪਿਆ। ਹੁਣ ਇਹ ਗੱਲਾਂ ਅੱਗੇ ਤੁਰਨਗੀਆਂ ਔਰ ਆਪੋਜੀਸ਼ਨ ਦੇ ਹੱਥ ਇੱਕ ਮੁੱਦਾ ਜ਼ਰੂਰ ਮਿਲ ਗਿਆ, ਜਿਨ੍ਹਾਂ ਨੂੰ ਜਲੰਧਰ ਜੀਵਨੀ ਚੋਣਾਂ ਦੇ ਵਿੱਚ ਏਜੀ ਦੀ ਕੁਰਸੀ ਵੀ ਇੱਕ ਮੁੱਦਾ ਇਸ ਇਲੈਕਸ਼ਨ ਦੇ ਵਿੱਚ ਜ਼ਰੂਰ ਉਭਰੇਗਾ। ਉਹ ਬੰਦਾ ਜਿਹੜਾ ਇੱਕ ਪਲ ਦੀ ਸੁਰਖੀ ਤੋਂ ਬਿਨਾਂ ਨਹੀਂ ਸੀ ਰਹਿ ਰਿਹਾ ਇੱਕ ਸਮੇਂ ਦੇ ਵਿੱਚ, ਜਿਹੜਾ ਪ੍ਰਧਾਨ ਮੰਤਰੀ ਨੂੰ ਸਿੱਧਾ ਐਡਰੈਸ ਹੋ ਗਿਆ ਸੀ ਕਿ ਮੈਂ ਕੀ ਕਰਾਂ, ਅਸੀਂ ਕੀ ਕਰੀਏ, ਅੱਜ ਉਸ ਵਿਅਕਤੀ ਨੂੰ ਵਿਜੀਲੈਂਸ ਸੱਦ ਲੈਂਦੀ ਹੈ। ਕਰਨ ਵਾਲੀਆਂ ਗੱਲਾਂ ਦੇਖੋ, ਕਿੱਥੇ ਆਸਮਾਨ, ਕਿੱਥੇ ਜ਼ਮੀਨ, ਕਿੱਥੇ ਪਤਾਲ। ਕੀ ਕਹਿੰਦੇ ਹੋ? ਚਰਨਜੀਤ ਸਿੰਘ ਚੰਨੀ 2022 ਦੀ ਚੋਣਾਂ ਦੇ ਵਿੱਚ ਆਪਣੀ ਦੋਨੋਂ ਸੀਟਾਂ ਤੋਂ ਹਾਰਨ ਤੋਂ ਬਾਅਦ ਚੁੱਪ ਕੇ ਨਾਲ ਅਮਰੀਕਾ ਚਲੇ ਗਏ ਸੀ। ਕਹਿੰਦੇ ਸੀ ਉੱਥੇ ਜਾ ਕੇ ਮੈਂ ਪਤਾ ਕਰੂੰਗਾ, ਪੜ੍ਹਾਈ ਕਰੂੰਗਾ, ਰਿਸਰਚ ਕਰੂੰਗਾ ਕਿ ਕਾਂਗਰਸ ਕਿਉਂ ਹਾਰੀ, ਤੇ ਉਹਦੇ ਰੀਜ਼ਨ ਲੱਭ ਕੇ ਫਿਰ ਵਾਪਸ ਆਊਂਗਾ ਤੇ ਅੱਗੇ ਚੱਲ ਕੇ ਸੋਨੀਆ ਗਾਂਧੀ, ਰਾਹੁਲ ਗਾਂਧੀ ਉਹਨਾਂ ਦੇ ਕੰਨ 'ਚ ਇਹ ਗੱਲ ਪਾਊਂਗਾ ਕਿ ਆਪਾਂ ਜਿੱਤ ਕਿੱਦਾਂ ਸਕਦੇ। ਪਰ ਚਰਨਜੀਤ ਸਿੰਘ ਚੰਨੀ ਦੀ ਮੁਸੀਬਤਾਂ ਉਸ ਵਕਤ ਵੱਧ ਜਾਂਦੀ ਹੈ ਜਦ ਉਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਟੈਚੀ ਪੈਕ ਕਰਕੇ ਰੱਖਿਆ ਹੁੰਦਾ, ਉਹ ਵਾਪਸ ਮੁੜ ਕੇ ਅਮਰੀਕਾ ਜਾਣ ਦੀ ਤਿਆਰੀ ਕਰ ਰਹੇ ਹੁੰਦੇ ਨੇ ਤੇ ਅਚਾਨਕ ਹੀ ਐਲਓਸੀ ਜਾਰੀ ਹੋ ਜਾਂਦਾ ਵੀ ਨਹੀਂ, ਤੁਸੀਂ ਨਹੀਂ ਜਾ ਸਕਦੇ। ਔਰ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਕਹਿੰਦੇ ਨੇ ਮੈਂ ਤੇ ਆਪ ਹੀ ਆਪਣੀ ਟਿਕਟ ਕੈਂਸਲ ਕੀਤੀ ਹੈ। ਮੈਂ ਤੇ ਜਦ ਭਗਵੰਤ ਮਾਨ ਉਹਨਾਂ ਨੇ ਅਸੈਂਬਲੀ ਵਿੱਚ ਮੇਰਾ ਨਾਂ ਲਿਆ ਨਾ ਕਿ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਵੀ ਨਾਂ ਕਈ ਕੇਸਾਂ ਦੇ ਵਿੱਚ ਹੈ, ਉਸੇ ਟਾਈਮ ਮੈਂ ਟਿਕਟ ਕੈਂਸਲ ਕਰਤੀ ਸੀ। ਤੇ ਉਸ ਤੋਂ ਬਾਅਦ ਲਗਾਤਾਰ ਚਰਨਜੀਤ ਸਿੰਘ ਚੰਨੀ ਚਰਚਾ ਦਾ ਵਿਸ਼ਾ ਬਣੇ ਹੋਏ ਸੀ ਕਿ ਉਹ ਭਾਜਪਾ ਕਦੀ ਵੀ ਜੁਆਇਨ ਕਰ ਸਕਦੇ ਨੇ ਔਰ ਜਲੰਧਰ ਜਿਮਨੀ ਚੋਣ ਦੇ ਵਿੱਚ ਉਹ ਭਾਜਪਾ ਦੇ ਕੈਂਡੀਡੇਟ ਵੀ ਹੋ ਸਕਦੇ ਨੇ। ਇਹ ਖਬਰਾਂ ਕਿੱਥੋਂ ਨਿਕਲ ਕੇ ਆਈਆਂ ਪਤਾ ਨਹੀਂ, ਪਰ ਚਰਚਾ ਦਾ ਵਿਸ਼ਾ ਜ਼ਰੂਰ ਬਣੀ ਹੋਈ ਸੀ। ਕੱਲ ਵਿਜੀਲੈਂਸ ਵਿਭਾਗ ਨੇ, ਵਿਜੀਲੈਂਸ ਬਿਊਰੋ ਨੇ ਨੋਟਿਸ ਦਿੱਤਾ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ। ਅੱਜ ਕੱਲ 10 ਵਜੇ ਯਾਨੀ ਅਪ੍ਰੈਲ 12 ਨੂੰ ਵਿਸਾਖੀ ਤੋਂ ਪਹਿਲੇ ਉਹਨਾਂ ਨੂੰ 10 ਵਜੇ ਵਿਜੀਲੈਂਸ ਦੇ ਦਫ਼ਤਰ ਪਹੁੰਚਣਾ ਹੈ ਜਿਹੜਾ ਮੁਹਾਲੀ ਦੇ ਵਿੱਚ ਹੈਗਾ, ਤੇ ਉਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਉਹਨਾਂ ਦੀ ਜਾਇਦਾਦ ਦਾ ਸਾਰਾ ਸਿਸਟਮ ਜਿਹਾ ਪੁੱਛਿਆ ਜਾਏਗਾ ਵੀ ਕਿੱਥੇ ਕੀ ਉਹਦੇ ਵਿੱਚ, ਜਾਂ ਫਿਰ ਉਹ ਜਿਹੜਾ ਕੰਟਰੈਕਟਰ ਫੜਿਆ ਸੀਗਾ ਉਹਦੇ ਨਾਲ ਪ੍ਰਾਪਰਟੀ ਦੇ ਕਿਸ ਤਰੀਕੇ ਦੇ ਰਿਸ਼ਤੇ ਹੈਗੇ ਨੇ। ਇਹਨਾਂ ਸਾਰੀ ਗੱਲਾਂ ਪਹਿਲੀ ਵਾਰ ਜਦ ਕੋਈ ਵਿਜੀਲੈਂਸ ਦੇ ਬਿਊਰੋ ਦੇ ਵਿੱਚ ਜਾਂਦਾ ਹੈ ਤੇ ਉਹਨੂੰ ਇੱਕ ਫਾਰਮ ਫੜਾਇਆ ਜਾਂਦਾ ਹੈ, ਉਸ ਫਾਰਮ ਨੂੰ ਕਹਿੰਦੇ ਭਰ ਕੇ ਲਿਆਓ। ਉਸ ਤੋਂ ਬਾਅਦ ਉਹਨਾਂ ਨੇ ਵੀ ਆਪਣੀ ਇੱਕ ਲਿਸਟ ਤਿਆਰ ਕੀਤੀ ਹੁੰਦੀ ਹੈ ਵਿਜੀਲੈਂਸ ਬਿਊਰੋ ਨੇ, ਉਹ ਲਿਸਟ ਨੂੰ ਜਿਹੜੇ ਕੈਂਡੀਡੇਟ ਕਹਿ ਲਓ ਜਾਂ ਫਿਰ ਜਿਹੜਾ ਬੁਲਾਇਆ ਜਾਂਦਾ ਹੈ ਉਹਦੇ ਤੋਂ ਪੁੱਛਿਆ ਜਾਂਦਾ ਵੀ ਤੁਹਾਡੀ ਲਿਸਟ ਮੈਚ ਕਰਦੀ ਹੈ, ਯਾਨੀ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਹੈ। ਤੇ ਚੰਨੀ ਉਹਨਾਂ ਦੇ ਵਿਜੀਲੈਂਸ ਬਿਊਰੋ ਦੇ ਚੱਕਰ ਲੱਗਣੇ ਸ਼ੁਰੂ ਹੋ ਰਹੇ ਨੇ। ਕੱਲ ਜਦ ਚੰਨੀ ਉਹਨਾਂ ਨੂੰ ਇਹ ਬੁਲਾਉਣ ਦੀ ਖਬਰ ਨਿਕਲੀ, ਉਸ ਟਾਈਮ ਬ੍ਰਹਮ ਮਹਿੰਦਰਾ ਵੀ ਵਿਜੀਲੈਂਸ ਬਿਊਰੋ ਦੇ ਦਫ਼ਤਰ ਦੇ ਵਿੱਚ ਸੀਗੇ। ਉਹਨਾਂ ਨੇ ਵੀ ਪ੍ਰਾਪਰਟੀਆਂ ਦਾ ਜ਼ਿਕਰ ਹੋਇਆ ਔਰ ਸਿਸਵਾਂ ਦੇ ਵਿੱਚ ਜਿੱਥੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਫਾਰਮ ਹਾਊਸ ਹੈ, ਕਹਿੰਦੇ ਉਹਦੇ ਲਾਗੇ ਛਾਗੇ ਬ੍ਰਹਮ ਮਹਿੰਦਰਾ ਉਹਨਾਂ ਦਾ ਵੀ ਕੋਈ ਫਾਰਮ ਹਾਊਸ ਹੈ, ਉਹਦੀ ਵੀ ਪੈਮਾਇਸ਼ ਦਾ ਕੰਮ ਸ਼ੁਰੂ ਹੋਣ ਵਾਲਾ ਹੈ। ਤੇ ਉਹਦੇ ਬਾਰੇ ਚ ਜਦ ਪੁੱਛਿਆ ਗਿਆ ਕਿ ਮੋਹਿਤ ਮਹਿੰਦਰਾ ਜਿਹੜਾ ਬ੍ਰਹਮ ਮਹਿੰਦਰਾ ਉਹਨਾਂ ਦਾ ਬੇਟਾ ਹੈ, ਉਹਨੂੰ ਵੀ ਬੁਲਾਇਆ ਗਿਆ ਸੀ ਪਰ ਉਹ ਵਿਜੀਲੈਂਸ ਬਿਊਰੋ ਦੇ ਸਾਹਮਣੇ ਪੇਸ਼ ਨਹੀਂ ਹੋਏ। ਬ੍ਰਹਮ ਮਹਿੰਦਰਾ ਉਹਨਾਂ ਨੇ ਇਸ ਗੱਲ ਦੇ ਵਾਸਤੇ ਰਿਕੁਐਸਟ ਕੀਤੀ ਕਿ ਮੇਰੇ ਮੁੰਡੇ ਨੂੰ ਵਿਜੀਲੈਂਸ ਦੇ ਚੱਕਰਾਂ 'ਚ ਨਾ ਪਾਓ। ਉਹ ਰਿਕੁਐਸਟ ਹੁਣ ਵਿਜੀਲੈਂਸ ਬਿਊਰੋ ਕਿੰਨਾ ਕੁ ਮੰਨਦੇ ਆ ਪਤਾ ਨਹੀਂ, ਪਰ ਹਾਂ
ਚੰਨੀ ਉਹਨਾਂ ਦੇ ਵੀ ਚੱਕਰ ਕੱਲ ਤੋਂ ਵਿਜੀਲੈਂਸ ਬਿਊਰੋ ਦੇ ਲੱਗਣੇ ਸ਼ੁਰੂ ਹੋ ਜਾਣਗੇ। ਪਹਿਲੀ ਡੇਟ ਦੇ ਵਿੱਚ ਤੇ ਹਫ਼ਤੇ ਦਾ ਟਾਈਮ ਦਿੱਤਾ ਜਾਂਦਾ ਹੈ, ਉਸ ਤੋਂ ਬਾਅਦ ਫਿਰ ਹਫ਼ਤਾ ਦਰ ਹਫ਼ਤਾ ਇਹ ਜਾਂਚ ਅੱਗੇ ਵੱਧਦੀ ਹੈ। ਇਹ ਹਜੇ ਤੱਕ ਦਾ ਇੱਕ ਤਰੀਕੇ ਨਾਲ ਵਿਜੀਲੈਂਸ ਦਾ ਪ੍ਰੋਸੈਸ ਹੈ ਕੰਮ ਕਰਨ ਦਾ, ਉਹ ਇਹੀ ਹੈ। ਜਿਹੜੇ ਪਹਿਲਾਂ ਕਰਪਸ਼ਨ ਦੇ ਕੇਸਿਸ ਆ ਰਹੇ ਸੀਗੇ, ਉਹ ਆ ਰਹੇ ਸੀਗੇ ਘਪਲਿਆਂ ਨਾਲ ਸੰਬੰਧਿਤ, ਵੱਖ-ਵੱਖ ਵਿਭਾਗਾਂ ਦੇ ਵਿੱਚ ਬੇਨਿਯਮੀਆਂ ਨਾਲ ਸੰਬੰਧਿਤ। ਫਿਰ ਇੱਕਦਮ ਟ੍ਰੈਂਡ ਬਦਲ ਗਿਆ। ਜਿਹੜਾ PSIEC ਦਾ ਮਾਮਲਾ ਆਉਂਦਾ, ਉਸ ਤੋਂ ਬਾਅਦ ਟ੍ਰੈਂਡ ਬਦਲ ਗਿਆ। ਹੁਣ ਆ ਰਹੇ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ, ਔਰ ਇਹ ਮਾਮਲੇ ਇੰਨੇ ਇੱਕ ਪਚੀਤਾ ਹੁੰਦੇ ਆ, ਇੰਨੇ ਲਟਕਵੇਂ ਹੁੰਦੇ ਆ ਵੀ ਇਹਨਾਂ ਚੋਂ ਸਵਾਦ ਸਬੂਤ ਜਿਹਾ ਕੋਈ ਨਹੀਂ ਆਉਂਦਾ। ਐਵੇਂ ਉਲਝਾ ਜਿਹਾ ਹੀ ਰਹਿੰਦਾ ਹੈ। ਅਖੀਰ 'ਚ ਕੀ ਨਿਕਲਣਾ 10 ਕੁ ਸਾਲਾਂ ਬਾਅਦ ਇਹਦਾ ਕੋਈ ਪਤਾ ਨਹੀਂ ਲੱਗਦਾ। ਉਦੋਂ ਤੱਕ ਕਿਹੜੀ ਸੱਤਾ ਆ ਜਾਂਦੀ ਆ ਔਰ ਵਿਜੀਲੈਂਸ ਵਿੱਚ ਕੌਣ ਹੁੰਦੇ ਆ, ਇਹਨਾਂ ਦੋਨਾਂ ਦਾ ਸਮਾਂ ਤੋਲ ਵੀ ਨਹੀਂ ਰਹਿੰਦਾ। ਮੈਨੂੰ ਲੱਗਦਾ ਹੈ ਕਿ ਜਿਹੜਾ ਮੁੱਦਾ ਆਮ ਆਦਮੀ ਪਾਰਟੀ ਲਈ ਜਲੰਧਰ ਦੇ ਵਿੱਚ ਟੌਪ ਮੁੱਦਾ ਹੋਣਾ ਚਾਹੀਦਾ ਸੀ, ਜਿਹਦੇ ਤੇ ਸਾਰੀ ਇਲੈਕਸ਼ਨ ਖੜੀ ਹੋਣੀ ਸੀ, ਉਹ ਇਹਨਾਂ ਨੇ ਮੁੱਦਾ ਆਪ ਹੀ ਮਾਰ ਲਿਆ। ਆਮ ਆਦਮੀ ਪਾਰਟੀ ਕਰਪਸ਼ਨ ਤੇ ਪੂਰੀ ਇਲੈਕਸ਼ਨ ਲੜ ਸਕਦੀ ਸੀ। ਹਾਲਾਂਕਿ ਬਾਕੀ ਪਾਰਟੀਆਂ ਦੀਆਂ ਲੜਾਈਆਂ ਝਗੜੇ, ਉਹਨਾਂ ਦੇ ਪੰਗੇ ਆਮ ਆਦਮੀ ਪਾਰਟੀ ਨੂੰ ਫਾਇਦਾ ਦੇ ਰਹੇ ਨੇ। ਸੱਤਾ 'ਚ ਹੋਣ ਦਾ ਫਾਇਦਾ ਮਿਲ ਰਿਹਾ, ਵਿਰੋਧੀਆਂ ਦੇ ਆਪਸ ਵਿੱਚ ਵੰਡੇ ਹੋਣ ਦਾ ਫਾਇਦਾ ਮਿਲ ਰਿਹਾ, ਕੈਂਡੀਡੇਟ ਨਾ ਮਿਲਣ ਦਾ ਫਾਇਦਾ ਮਿਲ ਰਿਹਾ। ਪਰ ਜਿਹੜਾ ਫਾਇਦਾ ਉਹਨਾਂ ਲੈਣਾ ਸੀ, ਉਹਨਾਂ ਨੇ ਨੈਰੇਟਿਵ ਸੈੱਟ ਕਰਕੇ ਇਲੈਕਸ਼ਨ ਨੂੰ ਸਾਧਣਾ ਸੀ। ਉਹਨਾਂ ਨੇ ਇਲੈਕਸ਼ਨ ਖੜੀ ਕਰਨੀ ਸੀ। ਉਹ ਕਰਪਸ਼ਨ ਦੇ ਮਾਮਲੇ 'ਚ ਪਿਛਾਂਹ ਨਜ਼ਰ ਆ ਰਹੇ ਨੇ। ਇਹੀ ਇੱਕ ਮੁੱਦਾ ਸੀ ਜਿੱਥੇ ਉਹਨਾਂ ਨੇ ਅੱਗੇ ਤੁਰਨਾ ਸੀ। ਇੰਦਰਪ੍ਰੀਤ ਜੀ, ਮੈਨੂੰ ਨਵਜੋਤ ਸਿੰਘ ਸਿੱਧੂ, ਕਿਉਂਕਿ ਉਹ ਜਲੰਧਰ ਦੇ ਵਿੱਚ ਹੀ ਨੇ, ਆਪਾਂ ਭਾਸਕਰ ਸਾਹਿਬ ਨਾਲ ਵੀ ਇਸ ਇਲੈਕਸ਼ਨ ਦਾ ਜ਼ਿਕਰ ਤੋਰਦੇ ਆ ਹੁਣ, ਤੇ ਉਹਨਾਂ ਦੀ ਘਰਵਾਲੀ ਨੇ ਇੱਕ ਚਿੱਠੀ ਲਿਖ ਦਿੱਤੀ ਹੈ ਕਿ ਜੇ ਮੇਰੇ ਘਰ ਵਾਲੇ ਦਾ ਕੋਈ ਨੁਕਸਾਨ ਹੁੰਦਾ, ਤੁਸੀਂ ਇਹਦੀ ਸਿਕਿਉਰਿਟੀ ਕਢਾਤੀ ਆ, ਉਹ ਇੱਕ ਸੈਲੀਬ੍ਰਿਟੀ ਆ, ਕੱਲ ਨੂੰ ਇਹਦੀ ਜ਼ਿੰਮੇਵਾਰੀ ਤੈਅ ਤੁਹਾਡੇ ਤੇ ਹੋਊਗੀ। ਇਸ ਸਵਾਲ ਨੂੰ ਜਵਾਬ ਦਿਓ, ਕਿਉਂਕਿ ਉਹ ਜਲੰਧਰ ਦੀ ਇਲੈਕਸ਼ਨ ਦੇ ਵਿੱਚ ਕਾਂਗਰਸ ਧੜਿਆਂ 'ਚ ਵੰਡ ਕੇ ਅੱਗੇ ਵਧ ਰਹੀ ਹੈ। ਮੈਨੂੰ ਲੱਗਦਾ ਵੋਟਾਂ ਇਕੱਠੀਆਂ ਕਰਨ ਦੀ ਬਜਾਏ ਵੋਟਾਂ ਖਿੰਡ ਜਾਣਗੀਆਂ ਇਸ ਤਰੀਕੇ ਨਾਲ। ਕੱਲ ਤੋਰੋ ਜ਼ਰਾ। ਰੰਧਾਵਾ ਸਾਹਿਬ, ਦੋ ਚੀਜ਼ਾਂ ਨੇ। ਮੈਂ ਪਹਿਲਾਂ ਇੱਕ ਜਿਹੜੀ ਤੁਸੀਂ ਪਹਿਲਾਂ ਚੰਨੀ ਸਾਹਿਬ ਵਾਲੀ ਗੱਲ ਕੀਤੀ ਸੀ, ਮੈਂ ਉਸ ਤੇ ਵੀ ਥੋੜਾ ਇੱਕ ਗੱਲ ਕਰਨੀ ਸੀ ਕਿ ਦੇਖੋ, ਸਰਕਾਰਾਂ ਇਹ ਬਹੁਤ ਟਾਈਮ ਜਿਹੜਾ ਹੁੰਦਾ ਨਾ, ਟਾਈਮ ਦੀ ਬੜੀ ਅਹਿਮੀਅਤ ਹੁੰਦੀ ਹੈ। ਇਸ ਟਾਈਮ ਜਿਹੜਾ ਹੁਣ ਜਦੋਂ ਇਲੈਕਸ਼ਨ ਭਖ ਗਿਆ ਔਰ ਚਰਨਜੀਤ ਚੰਨੀ ਨੂੰ ਕਾਂਗਰਸ ਮਨਾ ਰਹੀ ਹੈ ਇਸ ਗੱਲ ਲਈ ਕਿ ਉੱਥੇ ਕੈਂਪੇਨ ਕਰਨ, ਉਹਨਾਂ ਦਾ ਬੜਾ ਆਧਾਰ ਹੈ ਉੱਥੇ, ਜਿਹੜਾ ਐਤਕੀ ਇਲੈਕਸ਼ਨਸ 'ਚ ਵੀ ਨਜ਼ਰ ਆਇਆ ਹੈ ਡੇਰੇ ਕਰਕੇ। ਤਾਂ ਮੈਨੂੰ ਲੱਗਦਾ ਕਿ ਇਹ ਬਹੁਤ ਸੂਟੇਬਲ ਟਾਈਮ ਤੇ ਉਹਨਾਂ ਨੇ ਕੱਢ ਲਿਆ ਉਹਨਾਂ ਦਾ ਕੇਸ, ਤੇ ਜਿਹੜਾ ਉਹਨਾਂ ਨੂੰ ਬੁਲਾਇਆ। ਤੇ ਹੁਣ ਜਿਹੜਾ ਚੰਨੀ ਉਸ ਤਰ੍ਹਾਂ ਸ਼ਾਇਦ ਵਿਚਰ ਨਾ ਸਕਣ ਉੱਥੇ, ਜਿਸ ਤਰ੍ਹਾਂ ਉਹ ਅਗਰ ਉਹਨਾਂ ਨੂੰ ਨੋਟਿਸ ਨਾ ਆਉਂਦਾ ਉਸ ਤੋਂ ਪਹਿਲਾਂ ਵਿਚਰ ਸਕਦੇ ਹੁੰਦੇ। ਸੋ ਇਹ ਸਰਕਾਰ 'ਚ ਰਹਿੰਦੇ ਹੋਏ ਮਤਲਬ ਕਿਸ ਤਰ੍ਹਾਂ ਕਿਸ ਚੀਜ਼ ਨੂੰ ਕਿਸ ਤਰ੍ਹਾਂ ਵਰਤਣਾ ਹੈ, ਇਹ ਮੈਨੂੰ ਲੱਗਦਾ ਕਿ ਸਰਕਾਰਾਂ ਨੂੰ ਬਖੂਬੀ ਆਉਂਦਾ ਹੁੰਦਾ। ਤੇ ਇਹ ਚਰਨਜੀਤ ਚੰਨੀ ਤਾਂ ਉਹਦੇ ਵਿੱਚ ਉਹਨਾਂ ਨੇ ਫਸਾ ਲਿਆ। ਇਹਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਜਿਹੜਾ ਉਹ ਕੈਂਪੇਨ ਹੈ ਹੁਣ ਉਸ ਤਰ੍ਹਾਂ ਕਾਂਗਰਸ ਨਹੀਂ ਚਲਾ ਪਾਏਗੀ। ਇੱਕ ਸਵਾਲ ਹੈ ਜਿਹਦਾ ਜਵਾਬ ਦਿਓ। ਦੇਖੋ, ਜੇ ਇਸ ਸੁਰਖੀ ਨੂੰ ਵੱਡਾ ਬਣਾਉਣਾ ਹੋਵੇ ਤੇ ਪਹਿਲੀ ਪੇਸ਼ੀ ਯਾਰ ਛੁੱਟ ਕੇ ਵਾਲੀ ਬੋਲੀ ਤਾਂ ਹੈਗੀ ਆ, ਤੇ ਪਹਿਲੀ ਪੇਸ਼ੀ ਯਾਰ ਫਸ ਗਏ। ਇਹ ਤਾਂ ਨਹੀਂ ਕਿਤੇ ਵੀ ਆਪਣਾ ਇਸੇ ਇਲੈਕਸ਼ਨ ਦੇ ਦੌਰਾਨ ਇੱਕ ਦੋ ਵੱਡੇ ਬੰਦਿਆਂ ਨੂੰ ਅੰਦਰ ਦਿੱਤੇ ਜਾਣ ਦੀ ਕੋਈ ਪਲੈਨਿੰਗ ਹੋਵੇ, ਇਲੈਕਸ਼ਨ ਨਿਰਧਾਰਤ ਕਰਨੀ ਹੋਵੇ, ਤੇ ਸਾਬਕਾ ਮੁੱਖ ਮੰਤਰੀ ਤੋਂ ਵੱਡਾ ਕੋਈ ਚਿਹਰਾ ਤਾਂ ਨਹੀਂ ਨਾ ਹੋ ਸਕਦਾ ਹੁੰਦਾ, ਕਿਤੇ ਇੰਜ ਤਾਂ ਨਹੀਂ ਹੋਊਗਾ। ਲੇਕਿਨ ਫਿਰ ਜਲੰਧਰ ਦੀ ਜਮਨੀ ਚੋਣ ਦੇ ਵਿੱਚ ਜਿੱਥੇ ਦਲਿਤ ਵੋਟ ਬਹੁਤ ਡੋਮੀਨੇਟ ਕਰਦੀ ਹੈ, ਉਹਦੇ ਅੰਦਰ ਨਾਰਾਜ਼ਗੀ ਵੀ ਪੈਦਾ ਹੋ ਸਕਦੀ ਹੈ ਇਸ ਗੱਲ ਨੂੰ ਲੈ ਕੇ ਕਿ ਸਮਾਨ ਅੰਤਰ ਇੱਕੋ ਵੇਲੇ ਕਿਸੇ ਫਾਇਦੇ ਦਾ, ਕਿ ਇਹ ਬੰਦਾ ਕੰਪੇਨ ਕਰੂ ਤੇ ਵੋਟਾਂ ਭੁਗਤਾ ਦੂ ਕਾਂਗਰਸ ਨੂੰ, ਤੇ ਇਹ ਬੰਦਾ ਜੇਕਰ ਅਸੀਂ ਇਸ ਮੌਕੇ ਪੰਗੇ ਚ ਪਾ ਦਿੰਦੇ ਆ ਤੇ ਸਿੰਪਥੀ ਵੋਟ ਵੀ ਮਿਲ ਸਕਦੀ ਆ, ਔਰ ਇਹਦਾ ਨੁਕਸਾਨ ਕਿ ਸਾਡੇ ਬੰਦੇ ਨੂੰ ਹੱਥ ਪਾਉਂਦੇ ਹੋ, ਇਹ ਕਹਿ ਕੇ ਆਮ ਆਦਮੀ ਪਾਰਟੀ ਨੂੰ ਨੁਕਸਾਨ ਵੀ ਹੋ ਸਕਦਾ। ਜੀ, ਮੈਂ ਇਹੀ ਗੱਲ ਕਰ ਰਿਹਾ ਕਿ ਕਈ ਵਾਰੀ ਜਿਹੜੀ ਇਸ ਤਰ੍ਹਾਂ ਦੀ ਚੀਜ਼ ਕੀਤੀ ਜਾਂਦੀ ਹੈ ਨਾ ਜੀ, ਉਹ ਸੈਂਟਰ 'ਚ ਰੱਖੀ ਜਾਂਦੀ ਹੈ। ਇਸ ਤਰ੍ਹਾਂ ਨਹੀਂ ਕਰਨਗੇ ਕਿ ਉਹ ਅੰਦਰ ਕਰ ਦੇਣ, ਉਹ ਕਰਨਗੇ ਬਿਲਕੁਲ ਇਹੀ, ਬਸ ਵਿਜੀਲੈਂਸ ਦੇ ਚੱਕਰ ਲਗਵਾਈ ਜਾਣਗੇ, ਅੰਦਰ ਨਹੀਂ ਕਰਨਗੇ। ਉਹ ਕਹਿਣਗੇ ਅਸੀਂ ਤੁਹਾਡੇ ਜਵਾਬ ਤੋਂ ਸੰਤੁਸ਼ਟ ਨਹੀਂ, ਜਿਵੇਂ ਭਾਸਕਰ ਸਾਹਿਬ ਨੇ ਕਿਹਾ ਕਿ ਪ੍ਰਫਾਰਮਾ ਦਿੱਤਾ ਜਾਊਗਾ, ਪ੍ਰਫਾਰਮਾ ਭਰ ਕੇ ਲੈ ਕੇ ਆਣਾ, 2 ਦਿਨ ਦਾ ਟਾਈਮ ਜਾਂ 4 ਦਿਨ ਦਾ ਟਾਈਮ, ਜੋ ਵੀ ਉਹਨਾਂ ਨੂੰ ਦੇਣਾ ਹੈ, ਉਹ ਚੱਕਰ ਲਗਾ ਕੇ ਉਹਨਾਂ ਨੂੰ ਮਤਲਬ ਉਸ 'ਚ ਉਲਝਾਣਗੇ ਤਾਂ ਕਿ ਉਹ ਕੈਂਪੇਨ 'ਚ ਨਾ ਜਾ ਸਕੇ, ਪਰ ਅੰਦਰ ਨਹੀਂ ਕਰਨਗੇ। ਉਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਕਈ ਵਾਰ ਹੁੰਦਾ ਹੀ ਹੈ, ਆਮ ਤੌਰ ਤੇ ਇਹ ਹੁੰਦਾ ਹੈ, ਖਾਸ ਤੌਰ ਤੇ ਪੰਜਾਬੀ ਤਾਂ ਹੈ ਹੀ ਉਸ ਤਬੀਅਤ ਦੇ ਮਾਲਿਕ ਕਿ ਜਦੋਂ ਵੀ ਉਹ ਇਸ ਤਰ੍ਹਾਂ ਦੀ, ਚਾਹੇ ਉਹ ਉਹਦਾ ਵਿਰੋਧ ਹੀ ਕਰ ਰਹੇ ਹੋਣ ਇੱਕ ਟਾਈਮ 'ਚ, ਲੇਕਿਨ ਜਦੋਂ ਇਸ ਤਰ੍ਹਾਂ ਦੀ ਘਟਨਾ ਹੋ ਜਾਊਗੀ ਸਾਡਾ ਬੰਦਾ ਅੰਦਰ ਕਰਤਾ, ਫਿਰ ਆਪ ਮੁਹਾਰੇ ਉਹਦੇ ਬਰਾਬਰ ਆ ਕੇ ਖੜ ਜਾਂਦੇ ਆ ਵੀ ਹਾਂ ਅਸੀਂ ਇਹਦੇ ਪਿੱਠ ਤੇ ਖੜੇ ਆ। ਤਾਂ ਮੈਨੂੰ ਲੱਗਦਾ ਕਿ ਸਰਕਾਰ ਇਹ ਗਲਤੀ ਤਾਂ ਸ਼ਾਇਦ ਨਹੀਂ ਕਰੇਗੀ, ਉਹਨਾਂ ਨੂੰ ਸਿਰਫ ਵਿਜੀਲੈਂਸ ਬਿਊਰੋ ਦੇ ਵਿੱਚ ਵਿਜੀਲੈਂਸ ਦੇ ਚੱਕਰ ਹੀ ਲਗਵਾ ਕੇ ਜਿਹੜਾ ਹੈਗਾ ਕੈਂਪੇਨ ਤੋਂ ਥੋੜਾ ਦੂਰ ਰੱਖਣਗੇ। ਦੂਸਰੀ ਗੱਲ ਜਿਹੜੀ ਤੁਸੀਂ, ਇੱਕ ਹੋਰ ਸਵਾਲ
ਜੀ ਜੀ ਕਿ ਜੇ ਚਰਨਜੀਤ ਸਿੰਘ ਚੰਨੀ ਭੈ ਮੁਕਤ ਹੋ ਕੇ, ਹਾਲਾਂਕਿ ਆਮ ਤੌਰ ਤੇ ਜਦੋਂ ਤੁਹਾਡੇ ਖਿਲਾਫ ਇਸ ਤਰ੍ਹਾਂ ਦਾ ਕੇਸ ਤੁਰ ਪੈਂਦਾ ਫਿਰ ਭੈ ਮੁਕਤ ਹੋਇਆ ਨਹੀਂ ਜਾਂਦਾ, ਕਿਉਂਕਿ ਹਿਸਾਬ ਰੱਖੇ ਨਹੀਂ ਹੁੰਦੇ ਕਦੀ, ਵੱਡੇ ਬੰਦਿਆਂ ਨੇ ਤੇ ਬਿਲਕੁਲ ਹੀ ਨਹੀਂ ਰੱਖੇ ਹੁੰਦੇ। ਚੰਨੀ ਸਾਹਿਬ ਬੜੇ ਸਾਲਾਂ ਤੋਂ ਸਿਆਸਤ ਵਿੱਚ ਹੈ ਔਰ ਚੰਡੀਗੜ੍ਹ ਦੇ ਆਸ-ਪਾਸ ਉੱਥੇ ਉਹਨਾਂ ਦਾ ਥੋੜਾ ਬਹੁਤਾ ਕੰਮਕਾਜ ਰਿਹਾ ਵੀ ਹੈ, ਔਰ ਜੀ ਜੀ ਉਹ ਭੈ ਮੁਕਤ ਹੋਣਗੇ ਨਹੀਂ। ਪਰ ਜੇ ਕੋਈ ਵਿਅਕਤੀ ਪੱਟ ਤੇ ਥਾਪੀ ਮਾਰ ਕੇ ਭੈ ਮੁਕਤ ਹੋ ਕੇ ਆ ਕੇ ਕਹਿ ਦੇ ਕਿ ਪਹਿਲਾ ਦਲਿਤ ਮੁੱਖ ਮੰਤਰੀ ਬਣਿਆ ਪੰਜਾਬ 'ਚ, ਇਹਨਾਂ ਨੂੰ ਹਜਮ ਨਹੀਂ ਹੋ ਰਿਹਾ, ਇੱਕ ਦਲਿਤ ਨੂੰ ਇਹ ਇੰਨਾ ਨੀਵਾਂ ਵਿਖਾ ਦੇਣਾ ਚਾਹੁੰਦੇ ਆ, ਇੱਕ ਦਲਿਤ ਜੇ ਰੋਟੀ ਖਾਂਦਾ ਇਹਨਾਂ ਨੂੰ ਪਚਦਾ ਨਹੀਂ, ਤਾਂ ਮੇਰਾ ਖਿਆਲ ਆ ਉਹ ਜਲੰਧਰ ਦੀ ਕੈਂਪੇਨ ਦੇ ਮੁੱਖ ਸਪੀਕਰ ਵੀ ਹੋ ਸਕਦੇ ਆ ਜੇ ਉਹ ਯੁੱਧ ਲੜਨ ਦੀ ਸਥਿਤੀ 'ਚ ਆ ਗਏ ਕਿ ਮੈਨੂੰ ਫਸਾਇਆ ਜਾ ਰਿਹਾ। ਪਰ ਮੈਂ ਰੰਧਾਵਾ ਸਾਹਿਬ ਇਹਦੇ 'ਚ ਥੋੜੀ ਜਿਹੀ ਦਿੱਕਤ ਇਹ ਹੈਗੀ ਹੈ ਕਿ ਕਾਂਗਰਸ ਇੰਨੀ ਡਿਵਾਈਡਡ ਹਾਊਸ ਹੋ ਗਿਆ ਹੈ ਕਿ ਉਹ ਖੁਦ ਹੀ ਹਜੇ ਚਾਹ ਨਹੀਂ ਰਹੇ ਕਿ ਮੈਂ ਕੈਂਪੇਨ ਦੇ ਵਿੱਚ ਜਾਵਾਂ। ਤੁਸੀਂ ਦੇਖੋ ਨਾ ਕਿੰਨਾ ਟਾਈਮ ਹੋ ਗਿਆ, ਸਭ ਤੋਂ ਪਹਿਲਾਂ ਇਲੈਕਸ਼ਨ ਸ਼ੁਰੂ ਕੀਤੀ ਹੋਈ ਹੈ ਕਾਂਗਰਸ ਨੇ, ਕੈਂਡੀਡੇਟ ਡਿਕਲੇਅਰ ਕੀਤਾ ਹੋਇਆ, ਪਰ ਹਜੇ ਤੱਕ ਚੰਨੀ ਸਾਹਿਬ ਸਿਰਫ ਇੱਕ ਅੱਧ ਚੱਕਰ ਲਗਾ ਕੇ ਆਏ। ਮੈਨੂੰ ਲੱਗਦਾ ਕਿ ਇਸ ਟਾਈਮ ਤਾਂ ਉਹਨਾਂ ਨੂੰ ਬਹਿ ਜਾਣਾ ਚਾਹੀਦਾ ਸੀ ਉੱਥੇ ਕਿ ਵੀ ਮੈਂ ਤਾਂ ਆ ਗਿਆ, ਫਿਰ ਇਹ ਚੀਜ਼ਾਂ ਚੱਲਦੀਆਂ, ਲੇਕਿਨ ਹਜੇ ਤੱਕ ਉਹ ਇਹ ਕਰ ਨਹੀਂ ਪਾਏ ਆ। ਸੋ ਮੈਨੂੰ ਇਹ ਲੱਗਦਾ ਕਿ ਥੋੜਾ ਜਿਹਾ ਦਿੱਕਤ ਤਾਂ ਹੋਊਗੀ ਇਹਦੇ ਵਿੱਚ। ਇੰਨੀ ਕਹਿਣਾ ਬੜਾ ਸੌਖਾ ਹੈ ਕਿ ਭੈ ਮੁਕਤ ਹੋ ਕੇ ਚਲਾ ਜਾਏ, ਪੋਲੀਟੀਸ਼ੀਅਨ ਇੰਨੀ ਜਲਦੀ ਜਾਂਦੇ ਹੀ ਨਹੀਂ ਹੈ। ਨਹੀਂ ਇਹ ਗੱਲ ਠੀਕ ਹੈ ਭਾਸਕਰ ਸਾਹਿਬ, ਇਹ ਵੀ ਸਵਾਲ ਹੈ ਕਿ ਜਦੋਂ ਸ਼ੁਰੂ 'ਚ ਬੰਦੇ ਨੂੰ ਲੱਗਦਾ ਹੋਵੇ ਕਿ ਉਹ ਬਚ ਕੇ ਨਿਕਲ ਜਾਊਗਾ ਫਿਰ ਤਾਂ ਉਹ ਬਚਣ ਦੀ ਕੋਸ਼ਿਸ਼ ਕਰਦਾ ਹੈ, ਜਦੋਂ ਪਤਾ ਲੱਗ ਜੇ ਵੀ ਗੋਲ ਗਲੂੰਡੀ ਪੈ ਗਈ, ਹੁਣ ਬਚ ਕੇ ਨਿਕਲਿਆ ਨਹੀਂ ਜਾਣਾ, ਡਾਢਿਆਂ ਨੇ ਫਸਾ ਹੀ ਲੈਣਾ, ਫਿਰ ਸਾਹਮਣੇ ਖਲੋਣ ਤੋਂ ਬਿਨਾਂ ਚਾਰਾ ਨਹੀਂ ਹੁੰਦਾ, ਪਰ ਉਹਦੇ ਲਈ ਗੁਰਦਾ ਚਾਹੀਦਾ। ਚੰਨੀ ਸਾਹਿਬ ਇਲੈਕਸ਼ਨ ਹਾਰਨ ਤੋਂ ਬਾਅਦ 2 ਥਾਂ ਤੋਂ ਪਤਾ ਲੱਗਿਆ ਸੀ ਕਿ ਉਦਾਸੀਆਂ ਦੇ ਆਲਮ 'ਚ ਚਲੇ ਗਏ ਸੀ, ਉਹਨਾਂ ਬਾਰੇ ਕਿਹਾ ਜਾਂਦਾ ਸੀ, ਮੈਂ ਇਹਦੀ ਪੁਸ਼ਟੀ ਨਹੀਂ ਕਰਦਾ, ਕਾਂਗਰਸੀ ਹਲਕੇ ਹੀ ਕਹਿੰਦੇ ਸੀ ਕਿ ਉਹ ਬੜੇ ਡਿਪਰੈਸ਼ਨ ਵਰਗੀ ਸਥਿਤੀ 'ਚ ਜਦੋਂ ਉਹ ਅਮਰੀਕਾ ਚਲੇ ਗਏ ਸੀ, ਤੁਹਾਨੂੰ ਯਾਦ ਹੋਣਾ। ਹੁਣ ਇਸ ਸਥਿਤੀ ਦੇ ਵਿੱਚ ਕੀ ਉਹ ਲੜ ਸਕਣਗੇ? ਜੇ ਉਹ ਇਸ ਗੱਲ ਤੇ ਖੜ ਜਾਂਦੇ ਆ ਕਿ ਮੈਂ ਨੈਰੇਟਿਵ ਸੈੱਟ ਕਰਨਾ ਕਿ ਇੱਕ ਦਲਿਤ ਨੂੰ ਕਿਵੇਂ ਟਾਰਗੇਟ ਕਰਦੀਆਂ ਨੇ ਸਰਕਾਰਾਂ ਜਾਂ ਜਿਹੜੇ ਲੋਕ ਪਾਵਰਫੁਲ ਹੁੰਦੇ, ਸਮਰੱਥ ਹੁੰਦੇ, ਮੇਰੇ ਖਿਆਲ ਇਸ ਨਜ਼ਰੀਏ ਤੋਂ ਸੋਚਣਾ ਬਣਦਾ ਨਹੀਂ। ਜਿਸ ਤਰੀਕੇ ਨਾਲ ਰੰਧਾਵਾ ਜੀ ਤੁਸੀਂ ਭੈ ਮੁਕਤ ਹੋਣ ਦੀ ਗੱਲ ਕਰ ਰਹੇ ਹੋ, ਛਾਤੀ ਕੱਢ ਕੇ ਤੁਸੀਂ ਚਲੇ ਜਾਓ ਵਿਜੀਲੈਂਸ ਦਫ਼ਤਰ, ਫੜ ਲਓ ਮੈਨੂੰ ਲੱਗਦਾ ਇਦਾਂ ਦਾ ਕੁਝ ਹੋਣਾ ਨਹੀਂ। ਤੁਸੀਂ ਬਿਲਕੁਲ ਡਿਪਰੈਸ਼ਨ ਵਾਲੀ ਗੱਲਾਂ ਕਹੀਆਂ, ਕਾਂਗਰਸੀ ਸਰਕਲ ਤੋਂ ਨਿਕਲ ਕੇ ਆ ਰਹੀ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਜਦ ਭੁਪਿੰਦਰ ਹਨੀ ਤੇ 2 ਜਗ੍ਹਾ ਤੋਂ ਸੀਟਾਂ ਹਾਰਨ ਤੋਂ ਬਾਅਦ ਉਹ ਡਿਪਰੈਸ਼ਨ ਦੇ ਵਿੱਚ ਵੀ ਸੀਗੇ, ਉਹਨਾਂ ਨੂੰ ਤੁਸੀਂ ਕਹਿੰਦੇ ਭੈ ਮੁਕਤ ਹੋ ਜਾਓ, ਉਹ ਕਹਿੰਦੇ ਜਿਸ ਤਰ੍ਹਾਂ ਇੰਦਰਪ੍ਰੀਤ ਉਹਨਾਂ ਕਹਿੰਦੇ ਨੇ ਜਲੰਧਰ ਜਾ ਕੇ ਬਹਿ ਜਾਣਾ ਸੀਗਾ। 2 ਦਿਨ ਪਹਿਲੇ ਤੇ ਉਹਨਾਂ ਨੇ ਖੁਦ ਕੰਪਲੇਂਟ ਕੀਤੀ ਹੈ ਕਿ ਜਲੰਧਰ ਤੋਂ ਮੈਨੂੰ ਕਿਸੇ ਵੀ ਕਾਂਗਰਸੀ ਨੇ ਹਜੇ ਤੱਕ ਇਨਵੀਟੇਸ਼ਨ ਹੀ ਨਹੀਂ ਭੇਜਿਆ ਕਿ ਇੱਥੇ ਆ ਕੇ ਕੰਪੇਨ ਕਰੋ। ਜਦ ਹਰੀਸ਼ ਚੌਧਰੀ ਤੇ ਰਾਜਾ ਵੜਿੰਗ ਉਹਨਾਂ ਗਏ, ਉਹ ਵੀ ਇਸ ਕਰਕੇ ਕਿ ਖਬਰਾਂ ਚੱਲਦੀ ਸੀ ਵੀ ਉਹ ਬੀਜੇਪੀ ਜਾ ਰਹੇ ਨੇ, ਉਹ ਤੇ ਰੋਕਣ ਵਾਸਤੇ ਗਏ ਨੇ, ਔਰ ਉੱਥੇ ਨਾਲ ਦੇ ਨਾਲ ਬੁਲਾਣ ਵੀ ਚਲੇ ਗਏ ਵੀ ਚਲੋ ਜੀ ਤੁਸੀਂ ਆਓ। ਹਜੇ ਕੰਪੇਨ ਵਾਸਤੇ ਜਾਣਾ ਹੀ ਸੀਗਾ ਤੇ ਉਸ ਤੋਂ ਪਹਿਲੇ ਸੱਦਾ ਆ ਗਿਆ ਵਿਜੀਲੈਂਸ ਦਾ। ਮੈਨੂੰ ਇਹ ਲੱਗਦਾ ਹੈ ਕਿ ਤੁਹਾਡੇ ਇਹ ਜਿਹੜਾ ਜੋਸ਼ ਵਾਲੀ ਇੱਕ ਗੱਲਾਂ ਸੀਗੀ ਭੈ ਮੁਕਤ ਜਾਓ ਤੇ ਪੈ ਜਾਓ ਵਿਜੀਲੈਂਸ ਵਾਲਿਆਂ ਨੂੰ, ਮੈਨੂੰ ਬੁਲਾਇਆ ਕਿਉਂ? ਉਹ ਹੀ ਵਿਅਕਤੀ ਜਾ ਸਕਦਾ। ਨਹੀਂ ਵਿਜੀਲੈਂਸ ਨੂੰ ਤਾਂ ਉੱਥੇ ਜਾ ਕੇ ਤੇ ਪਸੀਨਾ ਹੀ ਕਹਿੰਦੇ ਬਹੁਤ ਆਉਂਦਾ, ਪਾਣੀ ਵੀ ਬਹੁਤ ਮੰਗਦੇ ਆ ਬੰਦੇ, ਮੈਂ ਉਹਦੀ ਗੱਲ ਨਹੀਂ ਕਰਦਾ ਵਿਜੀਲੈਂਸ ਕੋਲ ਨਹੀਂ, ਮੈਂ ਤਾਂ ਜਲੰਧਰ ਦੀ ਇਲੈਕਸ਼ਨ 'ਚ ਗੱਲ ਕਰਦਾ। ਬੜਕ ਤੇ 4 ਬੰਦਿਆਂ 'ਚ ਬਹਿ ਕੇ ਵੱਜਦੀ ਆ, ਉੱਥੇ ਜਾ ਕੇ ਹੱਥ ਹੀ ਜੋੜੇ ਜਾਂਦੇ ਵੀ ਉਹ ਤਾਂ ਦੇਖੋ ਜੀ ਇਲੈਕਸ਼ਨ ਦਾ ਮਾਮਲਾ ਹੀ ਤੁਹਾਡੇ ਤੇ ਲਈ ਤੇ ਅਸੀਂ ਹਾਜ਼ਰ ਹੀ ਹਾਜ਼ਰ। ਹਾਂਜੀ ਨਹੀਂ, ਪਰ ਉੱਥੇ ਵੀ ਜਲੰਧਰ ਦੇ ਵਿੱਚ ਵੀ ਉਹਨਾਂ ਦੀ ਸਪੋਰਟ ਹੋਣੀ ਬਹੁਤ ਜ਼ਰੂਰੀ ਹੈ। ਜਿਹੜੇ ਜਲੰਧਰ ਆਲਰੇਡੀ ਕਾਂਗਰਸੀ ਬੈਠੇ ਹੋਏ ਨੇ ਉਹ ਖੁਦ ਹੀ ਡਿਵਾਈਡਡ ਹੈਗੇ ਨੇ। ਨਵਜੋਤ ਸਿੰਘ ਸਿੱਧੂ ਆਪਣੀ ਦੁਕਾਨ ਵੱਖਰੀ ਚਲਾ ਰਹੇ ਨੇ, ਪ੍ਰਤਾਪ ਸਿੰਘ ਬਾਜਵਾ ਉਹਨਾਂ ਉਹ ਇੱਕ ਤਰੀਕੇ ਨਾਲ ਆਪਣੇ ਵੱਖਰੇ ਤੌਰ ਤੇ ਪ੍ਰੈਸ ਨੋਟ ਛੱਡ ਕੇ, ਕੱਲ ਰਾਜਾ ਵੜਿੰਗ ਉਹਨਾਂ ਆਏ ਸੀ, ਉਹਨਾਂ ਦੇ ਨਾਲ ਉਹ तमाम ਲੀਡਰ ਨਹੀਂ ਨਜ਼ਰ ਆਏ ਜਲੰਧਰ ਦੇ ਵਿੱਚ, ਉਹ ਵੀ ਇਕੱਲੇ ਹੀ ਕੈਂਪੇਨ ਕਰਦੇ ਰਹੇ। ਔਰ ਖਾਸ ਕਰਕੇ ਉਹਨਾਂ ਦਾ ਜ਼ੋਰ ਜਾਣ ਵਾਲਿਆਂ ਨੂੰ ਰੋਕਣ ਦੇ ਉੱਤੇ ਜ਼ਿਆਦਾ ਲੱਗ ਰਿਹਾ ਹੈ, ਔਰ ਜਿਹੜੇ ਟਿਕੇ ਹੋਏ ਨੇ ਉਹਨਾਂ ਨੂੰ ਮੋਟੀਵੇਟ ਕਰਨ ਦੇ ਵਿੱਚ ਘੱਟ ਲੱਗ ਰਿਹਾ ਹੈ। ਹੁਣ ਜਲੰਧਰ ਦੇ ਇਲੈਕਸ਼ਨ ਏਦਾਂ ਦੇ ਬਣ ਰਹੇ ਨੇ ਕਿ ਕੱਲ ਸੁਰਿੰਦਰ ਸਿੰਘ ਚੌਧਰੀ ਜਿਹੜੇ ਪਰਿਵਾਰ ਦੇ ਹੀ ਸਦੱਸਿਆ ਨੇ, ਚੌਧਰੀ ਸੰਤੋਖ ਸਿੰਘ ਉਹਨਾਂ ਦੇ ਸਕੇ ਭਤੀਜੇ ਨੇ, ਉਹ ਪਾਰਟੀ ਛੱਡ ਦਿੰਦੇ ਨੇ, ਕਰਤਾਰਪੁਰ ਰੈਲੀ ਦੇ ਵਿੱਚ ਜੁਆਇਨ ਕਰ ਜਾਂਦੇ ਨੇ ਆਮ ਆਦਮੀ ਪਾਰਟੀ। ਔਰ ਉਹ ਮੁੱਖ ਮੰਤਰੀ ਨੂੰ ਕਹਿੰਦੇ ਵੀ ਕੀ ਨੇ, ਮੈਨੂੰ ਨਾ ਤੁਸੀਂ ਵਲੰਟੀਅਰ ਸਮਝੋ ਔਰ ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ, ਮੈਨੂੰ ਕੋਈ ਲਾਲਚ ਨਹੀਂ ਹੈਗਾ, ਮੈਂ ਆਮ ਆਦਮੀ ਪਾਰਟੀ ਵਾਸਤੇ ਕੰਮ ਕਰੂੰਗਾ। ਜਦੋਂ ਇਹ ਗੱਲਾਂ ਕਰਦੇ ਨੇ ਤਾਂ ਉਹਨਾਂ ਦੀ ਪਰਿਵਾਰਿਕ ਲੜਾਈ ਵੀ ਸਾਹਮਣੇ ਆਉਂਦੀ ਹੈ। ਹਾਲਾਂਕਿ ਉਹਨਾਂ ਦੇ ਵਿੱਚ ਕੀ ਪੰਗਾ ਹੈ, ਕਿਉਂਕਿ ਉਹ ਚੌਧਰੀ ਜਗਜੀਤ ਸਿੰਘ ਜਿਹੜੇ ਸੁਰਿੰਦਰ ਚੌਧਰੀ ਉਹਨਾਂ ਦੇ ਪਿਤਾ ਸੀਗੇ, ਉਹ ਦੁਆਬੇ ਦੀ ਜਾਂ ਪੰਜਾਬ ਦੀ ਦਲਿਤ ਰਾਜਨੀਤੀ ਦੇ ਵਿੱਚ ਸਿਖਰ ਤੇ ਸੀਗੇ। ਉਸ ਤੋਂ ਬਾਅਦ ਚੌਧਰੀ ਸੁਰਿੰਦਰ ਸਿੰਘ ਬਿਲਕੁਲ ਇੱਕ ਮਾਰਜਨਲਾਈਜ਼ ਹੋ ਗਏ ਸੀ, ਔਰ ਚੌਧਰੀ ਸੰਤੋਖ ਸਿੰਘ ਉਹਨਾਂ ਦੀ ਫੈਮਿਲੀ ਅੱਗੇ ਵੱਧ ਗਈ ਸੀ। ਫੈਮਿਲੀ ਡਿਸਪਿਊਟ ਹੋ ਸਕਦਾ ਹੈ,
ਪਰ ਕੱਲ ਚੌਧਰੀ ਸੁਰਿੰਦਰ ਸਿੰਘ ਉਹਨਾਂ ਦਾ ਆਮ ਆਦਮੀ ਪਾਰਟੀ ਜੁਆਇਨ ਕਰਨਾ ਉਹ ਕਾਂਗਰਸ ਵਾਸਤੇ ਬੜਾ ਝਟਕਾ ਹੈ। ਉਹ ਵੀ ਤਦ ਜਦ 2 ਸਿਟਿੰਗ ਹੋਰ ਐਮਐਲਏ ਦੇ ਉੱਤੇ ਆਮ ਆਦਮੀ ਪਾਰਟੀ ਡੋਰੇ ਪਾ ਰਹੀ ਹੈ। ਔਰ ਇਹ ਵੀ ਪੋਲੀਟੀਕਲ ਸਰਕਲਸ ਦੇ ਵਿੱਚ ਕੀਤਾ ਜਾ ਸਕਦਾ ਹੈ ਕਿ 1 ਜਾਂ 2 ਸਿਟਿੰਗ ਐਮਐਲਏ ਕਾਂਗਰਸ ਦੇ ਉਹ ਆਉਣ ਵਾਲੇ ਟਾਈਮ ਵਿੱਚ ਹੋ ਸਕਦਾ ਆਮ ਆਦਮੀ ਪਾਰਟੀ ਜੁਆਇਨ ਕਰਨ ਕਿ ਨਹੀਂ, ਪਤਾ ਨਹੀਂ। ਕਿਉਂਕਿ ਰਿੰਕੂ ਉਹਨਾਂ ਦੇ ਬਾਰੇ 'ਚ ਵੀ ਇਹੀ ਗੱਲ ਚੱਲਦੀ ਸੀ ਕਿ ਰਿੰਕੂ ਉਹਨਾਂ ਆਪ ਆਪਣੀ ਪਾਰਟੀ ਦੀ ਮੀਟਿੰਗ ਦੇ ਵਿੱਚ ਇਹ ਗੱਲ ਕਹਿੰਦੇ ਸੀ, ਮੇਰਾ ਨਾਂ ਤੇ ਐਂ ਹੀ ਚੱਲਦਾ, ਮੈਂ ਤੇ ਉਹਨਾਂ ਉਸ ਦੀਵਾਰ ਦਾ ਵੀ ਜ਼ਿਕਰ ਹੋਇਆ ਸੀਗਾ ਜਿਹੜੀ ਲੋਕਲ ਕਾਂਗਰਸ ਭਵਨ ਦੇ ਵਿੱਚ ਕਿਹਾ ਸੀ ਇੱਥੇ ਜਿਹੜੇ ਗੱਦਾਰਾਂ ਦੀ ਫੋਟੋ ਲਾਇਆ ਜਾਏ, ਤੇ ਉਹ ਗੱਲਾਂ ਤੁਰੀਆਂ। ਹੁਣ ਤੇ ਪੂਰੀ ਕਾਂਗਰਸ ਦੇ ਵਿੱਚ ਕੱਲ ਵੀ 7 ਫਾਰਮਰ ਕਾਉਂਸਲਰ ਔਰ ਬਹੁਤ ਸਾਰੇ ਕਾਉਂਸਲਰਾਂ ਦੀ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਦੀ ਗੱਲਾਂ ਤੁਰ ਰਹੀ ਹੈ। ਇਹ ਗੱਲਾਂ ਹੁਣ ਹੋਰ ਪਾਸੇ ਆਪਣੇ ਸਾਹਮਣੇ ਬੜੇ ਔਖੇ ਹੋ ਰਹੇ ਨੇ ਕਾਂਗਰਸ ਨੂੰ, ਤੇ ਹੁਣ ਉਹਨਾਂ ਦੇ ਕਿੱਦਾਂ ਸ਼ਾਮਲ ਕਰੀਏ। ਜੀ, ਆਮ ਆਦਮੀ ਪਾਰਟੀ ਵੱਲੋਂ ਮਰਹੂਮ ਆਗੂ ਜਥੇਦਾਰ ਸੇਵਾ ਸਿੰਘ ਸੇਖਵਾਂ, ਉਹਨਾਂ ਦਾ ਪੁੱਤਰ ਜਗਰੂਪ ਸਿੰਘ ਸੇਖਵਾਂ ਕਾਫੀ ਵਧੀਆ ਬੈਟਿੰਗ ਕਰ ਰਹੇ। ਜਗਬੀਰ ਬਰਾੜ ਤੋਂ ਲੈ ਕੇ ਰਿੰਕੂ ਤੋਂ ਲੈ ਕੇ ਕਾਫੀ ਨਵੇਂ ਲੋਕਾਂ ਨੂੰ ਲਿਆਉਣ ਦੇ ਵਿੱਚ ਉਹ ਕਾਫੀ ਮਿਹਨਤ ਕਰ ਰਿਹਾ ਲੜਕਾ, ਇਹ ਦੇਖਿਆ ਜਾ ਰਿਹਾ। ਭਗਵੰਤ ਮਾਨ ਕੱਲ ਕੋਸ਼ਿਸ਼ ਤਾਂ ਕਰ ਰਹੇ ਸੀ ਮੁੱਦੇ ਕੁਝ ਖੜੇ ਕਰਨ ਦੀ, ਲੇਕਿਨ ਉਹਨਾਂ ਦਾ ਜਿਹੜਾ ਸਿਗਨੇਚਰ ਮੁੱਦਾ ਉਹਨੂੰ ਉਹਨਾਂ ਨੇ ਕਰਪਸ਼ਨ ਵਾਲੇ ਨੂੰ ਪਾਸੇ ਰੱਖਿਆ। ਇੰਦਰਪ੍ਰੀਤ ਜੀ, ਆਖਰੀ ਗੱਲ ਤੁਹਾਡੇ ਵੱਲ ਹੀ ਪਈ ਹੈ। ਨਵਜੋਤ ਸਿੰਘ ਸਿੱਧੂ ਦੀ ਘਰ ਵਾਲੀ ਸਿੱਧੂ ਬਾਰੇ ਇੱਕ ਚਿੱਠੀ ਲਿਖ ਰਹੀ ਹੈ, ਉਹਦਾ ਜ਼ਿਕਰ ਅਸੀਂ ਛੱਡ ਗਏ। ਹਾਲਾਂਕਿ ਸਿੱਧੂ ਮਹਿੰਦਰ ਕੇਪੀ ਔਰ ਹੈਨਰੀ ਦੇ ਘਰ ਗਏ। ਇੱਕ ਪਾਸੇ ਇੱਕ ਅਧਿਕਾਰਤ ਟੀਮ ਹੈ ਜਿਹੜੀ ਕਾਂਗਰਸ ਦੀ, ਉਹ ਕੰਪੇਨ ਕਰ ਰਹੀ ਹੈ, ਜਿਹਦੇ ਵਿੱਚ ਐਲਓਪੀ ਹੈ, ਜਿਹਦੇ ਵਿੱਚ ਪਾਰਟੀ ਪ੍ਰੈਜ਼ੀਡੈਂਟ ਹੈ, ਜਿਹਦੇ ਵਿੱਚ ਉਹਨਾਂ ਨੇ ਇੰਚਾਰਜ ਲਾਏ ਰਾਣਾ ਗੁਰਜੀਤ, ਉਹ ਨੇ ਕੰਪੇਨ ਦੇ। ਤੇ ਦੂਜੇ ਬੰਨੇ ਸਿੱਧੂ, ਖਹਿਰਾ, ਨਵਤੇਜ ਚੀਮਾ ਔਰ ਹੁਣ ਕੇਪੀ ਸ਼ਾਮਲ ਹੋ ਗਏ ਜੇ ਹੈਨਰੀ ਨਾਲ ਤੁਰ ਪੈਂਦੇ ਆ। ਸੋ ਇਹ ਧੜੇ ਨੇ, ਇਹਨਾਂ ਧੜਿਆਂ ਦੇ ਵਿੱਚ ਵੋਟ ਖਰਾਬ ਆਊਗੀ, ਇਹ ਵੱਖਰੇ ਮਾਮਲੇ। ਹੁਣ ਜੇ ਅਕਾਲੀ ਦਲ ਨੂੰ ਅਜੇ ਤੱਕ ਕੈਂਡੀਡੇਟ ਨਹੀਂ ਮਿਲਿਆ ਤੇ ਉਹ ਕਈਆਂ ਨੂੰ ਆਫਰ ਕਰ ਚੁੱਕਿਆ, ਇਹ ਕਨਸੋਵਾਂ ਰਹੀਆਂ। ਆਖਰੀ ਗੱਲ ਇੰਦਰਪ੍ਰੀਤ ਜੀ, ਕੱਲ ਜਿਹੜੀ ਇੱਕ ਟਵੀਟ ਕੀਤਾ ਹੈਗਾ ਨਵਜੋਤ ਕੌਰ ਸਿੱਧੂ ਨੇ, ਤੇ ਉਹਨਾਂ ਨੇ ਇਹਨੂੰ ਦੁਬਾਰਾ ਬਣਾਇਆ ਇਸ਼ੂ, ਜਿਹੜਾ ਸਿਕਿਉਰਿਟੀ ਉਹਨਾਂ ਦੀ ਘਟਾਤੀ ਗਈ ਹੈ। ਸੋ ਪਹਿਲਾਂ ਵੀ ਜਿਹੜਾ ਸਿੱਧੂ ਸੀ ਮੂਸੇਵਾਲਾ, ਉਹਦੀ ਵੀ ਸਿਕਿਉਰਿਟੀ ਜਿਵੇਂ ਘਟਾਈ ਸੀ ਤੇ ਅਗਲਾ ਉਹਦਾ ਨੁਕਸਾਨ ਹੋ ਗਿਆ। ਨਵਜੋਤ ਕੌਰ ਸਿੱਧੂ ਨੇ ਵੀ ਇਹਨੂੰ ਉਸੇ ਰੂਪ 'ਚ ਹੀ ਪ੍ਰੈਜ਼ੈਂਟ ਕੀਤਾ ਹੈ ਕਿ ਅਗਰ ਉਹਦਾ ਕੋਈ ਨੁਕਸਾਨ ਹੋ ਗਿਆ ਤਾਂ ਜ਼ਿੰਮੇਵਾਰ ਤੁਸੀਂ ਹੋ। ਸੋ ਮੈਨੂੰ ਇਹ ਲੱਗਦਾ ਕਿ ਇਹ ਨਵਜੋਤ ਸਿੱਧੂ ਦਾ ਤਾਂ ਖੈਰ ਇਸ ਤਰ੍ਹਾਂ ਦਾ ਕੋਈ ਉਹ ਹੈ ਨਹੀਂ ਕਿਸੇ ਦੀ ਦੁਸ਼ਮਣੀ ਕਿ ਉਹਨਾਂ ਨੂੰ ਕੋਈ ਨੁਕਸਾਨ ਕਰੇ, ਲੇਕਿਨ ਇੱਕ ਪੋਲੀਟੀਕਲ ਇਸ਼ੂ ਜ਼ਰੂਰ ਉਹਨਾਂ ਨੇ ਬਣਾਤਾ ਹੈ, ਜਿਹੜਾ ਮਤਲਬ ਇਹਨਾਂ ਇਲੈਕਸ਼ਨ ਦੇ ਵਿੱਚ ਜ਼ਰੂਰ ਕਾਂਗਰਸ ਨੂੰ ਭੁਨਾਏਗੀ। ਦੂਜੀ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਨਵਜੋਤ ਸਿੱਧੂ ਦਾ, ਦੇਖੋ ਇਸ ਟਾਈਮ ਵੈਸੇ ਅਦਰਵਾਈਜ਼ ਤੁਸੀਂ ਦੇਖੋ ਤਾਂ ਕਾਂਗਰਸ ਕਿੰਨੀ ਮਜ਼ਬੂਤ ਸਥਿਤੀ ਦੇ ਵਿੱਚ ਸੀ ਕਿ ਉਹਨਾਂ ਕੋਲੇ ਇੰਨੇ ਵੱਡੇ ਲੀਡਰਸ ਹੈਗੇ ਨੇ, ਜਿਹੜੀਆਂ ਐਡੀ ਵੱਡੀ, ਕਿਉਂਕਿ ਕੌਂਸਟੀਚੁਐਂਸੀ ਬਹੁਤ ਵੱਡੀ ਹੁੰਦੀ ਹੈ ਪਾਰਲੀਮੈਂਟ ਦੀ, ਕਿੰਨਾ ਅਗਰ ਇੱਕ 2-2 ਪਾਰਲੀਮੈਂਟ ਜਿਹੜੀਆਂ ਲੈਜਿਸਲੇਚਰ ਕੌਂਸਟੀਚੁਐਂਸੀਜ਼ ਹੈਗੀਆਂ ਉਹਨੂੰ ਸੰਭਾਲ ਦਿੰਦੇ ਕਿ ਲੋ ਜੀ ਇਸ ਤਰ੍ਹਾਂ ਕੈਂਪੇਨ ਕਰੋ, ਤਾਂ ਮੈਨੂੰ ਲੱਗਦਾ ਕਿ ਉਹਨਾਂ ਤੋਂ ਵੱਡੀ ਕੈਂਪੇਨ ਖੜੀ ਕਰਨ ਵਾਲਾ ਕੋਈ ਨਹੀਂ ਸੀ ਹੋਣਾ। ਪਰ ਇਹਦੇ ਉੱਤੇ ਨੈਰੇਟਿਵ ਇਹ ਬਣ ਰਿਹਾ ਹੈ ਕਿ ਕਾਂਗਰਸ ਡਿਵਾਈਡਡ ਹਾਊਸ, ਔਰ ਨਜ਼ਰ ਵੀ ਆ ਰਹੀ ਹੈ ਸਿੱਧੂ ਦਾ ਕੈਂਪ ਬਿਲਕੁਲ ਉਹ ਅਲੱਗ ਹੈ। ਜਿਹੜੇ ਲੀਡਰਸ ਕਾਂਗਰਸ ਤੋਂ ਨਿਰਾਸ਼ ਹੋ ਕੇ ਘਰਾਂ 'ਚ ਬੈਠ ਗਏ ਹੈ, ਸਿੱਧੂ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ, ਚਾਹੇ ਉਹਨਾਂ 'ਚ ਮਹਿੰਦਰ ਕੇਪੀ ਹੋਣ, ਚਾਹੇ ਹੈਨਰੀ ਦਾ ਪਰਿਵਾਰ ਹੋਵੇ, ਇਹ ਸਾਰੇ, ਨਵਤੇਜ ਚੀਮਾ ਆਲਰੇਡੀ ਉਹਨਾਂ ਦੇ ਨਾਲ ਹੀ ਨੇ। ਸੋ ਇਸ ਤਰ੍ਹਾਂ ਦਾ ਇੱਕੋ ਬਿਲਕੁਲ ਸਮਾਨਾਂਤਰ ਜਿਹੜਾ ਹੈਗਾ ਉਹ ਧੜਾ ਖੜਾ ਕਰ ਰਿਹਾ ਹੈ। ਤੇ ਇਹਦਾ ਕਾਂਗਰਸ ਨੂੰ ਕਿੰਨਾ ਨੁਕਸਾਨ ਜਾਂ ਫਾਇਦਾ ਹੋਊਗਾ ਇਹ ਤਾਂ ਦੇਖੋ 13 ਮਈ ਨੂੰ ਹੀ ਪਤਾ ਚੱਲੇਗਾ। ਪਰ ਮੈਨੂੰ ਇਹ ਲੱਗਦਾ ਕਿ ਕਾਂਗਰਸ ਨੇ ਬਹੁਤ ਵੱਡੀ ਅਪੋਰਚੁਨਿਟੀ ਗਵਾਤੀ ਹੈ। ਜਿਹੜੀ ਅਸੀਂ ਕਹਿ ਰਹੇ ਕਿ ਸੀਟ ਉਹਨਾਂ ਦੇ ਵੱਟ ਤੇ ਪਈ ਹੈ, ਉਹ ਵੀ ਉਹਨਾਂ ਤੋਂ ਹੁਣ ਚੁੱਕੀ ਨਹੀਂ ਜਾ ਰਹੀ, ਉਹ ਬਹੁਤ ਭਾਰੀ ਹੋ ਗਈ ਹੈ ਸੀ। ਹਾਂ, ਇਹਦੇ ਵਿੱਚ ਜੇਕਰ ਬੀਜੇਪੀ ਅੱਜ ਜਾਂ ਕੱਲ 'ਚ ਅਨਾਉਂਸਮੈਂਟ ਕਰ ਦਿੰਦੀ ਹੈ ਇੰਦਰ ਇਕਬਾਲ ਅਟਵਾਲ ਦੀ, ਜਿਹੜੀ ਕਿ ਨਿਸ਼ਚਿਤ ਤੌਰ ਤੇ ਹੋਣੀ ਆ, ਉਸ ਤੋਂ ਬਾਅਦ ਇਹ ਬਹੁਤ ਵੱਡੀ ਲੜਾਈ ਬਣਨ ਵਾਲੀ ਆ। ਆਮ ਆਦਮੀ ਪਾਰਟੀ ਪਿਛਲੇ ਨੰਬਰਾਂ ਤੋਂ ਖਿਸਕ ਕੇ ਉੱਪਰ ਨੂੰ ਆ ਰਹੀ ਹੈ, ਔਰ ਜਿਹੜੀ ਬੀਜੇਪੀ ਆ ਉਹਨੇ ਵੀ ਬਿਨਾਂ ਕੈਂਡੀਡੇਟ ਦਿੱਤਿਆਂ ਆਪਣੇ ਪੱਤੇ ਸਾਫ਼ ਕਰਕੇ ਆਪਣਾ ਕਾਫੀ ਜ਼ਿਆਦਾ ਆਧਾਰ ਜਿਹਾ ਬਣਾ ਲਿਆ। ਲੜਾਈ ਬਹੁਤ ਅਹਿਮ ਹੋਣ ਵਾਲੀ ਆ, ਔਰ ਬੜੇ ਜਿਹੜੇ ਹੈਰਾਨੀਜਨਕ ਨਤੀਜੇ ਵੀ ਆ ਸਕਦੇ ਨੇ। ਔਰ ਮੈਨੂੰ ਲੱਗਦਾ ਹੈ ਕਿ ਇਹ ਸੀਟ ਕੋਈ ਨਵਾਂ ਨੈਰੇਟਿਵ ਪੰਜਾਬ ਪੋਲਿਟਿਕਸ ਵਿੱਚ 24 ਤੋਂ ਪਹਿਲਾਂ ਸੈੱਟ ਕਰਨ 'ਚ ਕਾਮਯਾਬ ਹੋ ਜਾਊਗੀ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।